सूरा सो पहचानिए, जो लरै दीन कहेत। पुरजा पुरजा कट मरै, कबहू न छाड़ै खेत। एक ओंकार सतनाम करता पुरख, निरभौ निर्वैर अकाल मूरत। अजूनी सैभं गुर प्रसाद। जित सेवै सुख पाइयै, सो साहिब सदा संभालिए। जित कीता पाइयै अपना, सा घाल बुरी क्यों घालिए। मंदा मूल न कीचई, दे लंबी नदर निहालिए। ज्यों साहिब नाल न हारिए, तवेहा पासा ढालिए। किछ लाहे उपर घालिए। ज्यों साहिब नाल न हारिए, तवेहा पासा ढालिए। किछ लाहे उपर घालिए। परम सन्मानयोग धन धन शब्द गुरु श्री गुरु ग्रंथ साहब जी की पावन गोद विच जुड़ बैठी गुरु प्यारी साध संगत जीओ। कलगीधर पातशाह धन गुरु गोबिंद सिंह महाराज जी के लखते जिगर चार साहिबजादे, माता गुजर कौर जी, अनेकां गुरु के प्यारे सिख, जिन्हां ने 1704 ईस्वी दे विच इहो ही देसी महीना पोह, जिहदे विच शहादत दे जाम पीते सन, जिन्हां दी मिठी अते प्यारी याद विच ये लगातार लड़ीवार आप जी रोज़ाना गुरमत समागम दे विच हाज़री भरदे हो। आओ उस लड़ी के तहत अज फिर आपां सतगुरु गुरु ग्रंथ साहिब महाराज जी की पावन गोद विच जुड़ के बैठे हाँ। सोदर रहरास पावन बाणी के पाठ तो उपरंत गुरमत विचारां दा दीवान सजिया, जिस विच आपां सतगुर की पावन बाणी की विचार इतिहासक विचारां साझियां करनियां ने। आसा की वार बाणी दी 21 नंबर पौड़ी, जिस दा पाठ आपां बड़े प्यार नाल सरवण कीता है। 474 नंबर अंक ते ये पौड़ी गुरु ग्रंथ साहब जी दे विच सुभाईमान है। इतिहासक कोई भी घटना होवे, हर घटना नूं असीं सतगुर की बाणी की कसवट्टी ते परख के अपनी जिंदगी विच लागू करना है। जिन्ना भी इतिहास है, जिन्नियां भी इतिहासक घटनावां ने, जदों असीं सतगुर की बाणी पढ़दे हां तो सतगुर की पावन बाणी सानूं जिंदगी जीउण की प्रेरणा बख्शिश करदी है। दीवान की समाप्ति तो बाद अरदास करांगे। असीं अरदास विच जिहड़े असीं ये पहरे बोलदे हां, पंजां प्यारियां, चौहां साहिबजादियां, 40 मुक्तियां हठियां जपियां तपियां, जिन्हां नाम जपिया वंड छकिया, देग चलाई तेग वाही, देख के अंडेठ कीता। तिन्हां प्यारियां सचियारियां की कमाई का उत्थे शब्द बोलते हैं आपां ध्यान धर के। बोलो जी, उसका की मीनिंग है? उत्ते ध्यान धरन का अर्थ है, अरदास करन वालिया ये ध्यान विच रखी कि चार साहिबजादियां नूं अपनी जिंदगी विच गुरु ते भरोसा किन्ना सी।
ਪੰਜਾਂ ਪਿਆਰਿਆਂ ਨੂੰ ਆਪਣੀ ਜ਼ਿੰਦਗੀ 'ਚ ਗੁਰੂ ਦੇ ਉੱਤੇ ਭਰੋਸਾ ਕਿੰਨਾ ਸੀ। ਧਿਆਨ ਆ ਧਰਨਾ ਹੈ। ਜਿਵੇਂ ਆਪਾਂ ਆਪਣੇ ਬੱਚਿਆਂ ਨੂੰ ਜਾਂ ਸਾਡੇ ਵੱਡ ਵਡੇਰੇ ਸਾਨੂੰ ਅਕਸਰ ਹੀ ਕਈ ਗੱਲ ਕਹਿੰਦੇ ਨੇ, ਕਾਕਾ ਮੇਰੀ ਗੱਲ ਵੱਲ ਧਿਆਨ ਦੇ। ਜਦੋਂ ਕੋਈ ਕਿਸੇ ਗੱਲ ਨੂੰ ਸੁਣਿਆ ਅਣਸੁਣਿਆ ਕਰੇ, ਟੀਚਰ ਵੀ ਕਈ ਵਾਰੀ ਸਟੂਡੈਂਟ ਨੂੰ ਕਹਿੰਦਾ ਮੇਰੀ ਗੱਲ ਵੱਲ ਧਿਆਨ ਦੇ, ਜੋ ਮੈਂ ਤੈਨੂੰ ਪੜ੍ਹਾ ਰਿਹਾ ਉਹਦੇ ਵੱਲ ਗੌਰ ਕਰ। ਗੁਰੂ ਜੀ ਵੀ ਸਾਡਾ ਧਿਆਨ ਦਿਵਾਉਂਦੇ ਨੇ। ਤਾਂ ਜਦੋਂ ਪੰਥ ਨੇ ਮਰਿਆਦਾ ਤਿਆਰ ਕੀਤੀ, ਅਰਦਾਸ ਦੇ ਇਹ ਪਹਿਰੇ ਬਹੁਤ ਸੋਚ ਸਮਝ ਕੇ ਤਿਆਰ ਕੀਤੇ ਗਏ ਕਿ ਉਹ ਪੰਜ ਪਿਆਰੇ, ਚਾਰ ਸਾਹਿਬਜ਼ਾਦੇ ਜਿਨ੍ਹਾਂ ਨੇ ਮਹਾਨ ਕੁਰਬਾਨੀਆਂ ਕੀਤੀਆਂ, ਅਸੀਂ ਉਹਨਾਂ ਦੀ ਦ੍ਰਿੜਤਾ, ਉਹਨਾਂ ਦਾ ਭਰੋਸਾ ਜਿਹੜਾ ਗੁਰੂ ਪ੍ਰਤੀ ਸੀ ਉਹ ਆਪਣੀ ਜ਼ਿੰਦਗੀ ਵਿੱਚ ਸਾਹਮਣੇ ਰੱਖੀਏ। ਕਿਸੇ ਅਸੀਂ ਡੋਲਦੇ ਤੇ ਨਹੀਂ, ਸਾਡੀ ਜ਼ਿੰਦਗੀ ਵਿੱਚ ਕੋਈ ਘਬਰਾਹਟ ਤੇ ਨਹੀਂ, ਸਾਡੀ ਜ਼ਿੰਦਗੀ ਵਿੱਚ ਕੋਈ ਡਾਵਾਂ ਡੋਲ ਹੋਣ ਵਾਲਾ ਪੱਖ ਤੇ ਨਹੀਂ। ਇਹ ਸਭ ਚੀਜ਼ਾਂ ਸਤਿਗੁਰ ਦੀ ਬਾਣੀ ਵਿੱਚੋਂ ਸਾਨੂੰ ਅਗਵਾਈ ਲੈਣ ਦੀ ਜ਼ਰੂਰਤ ਹੈ। ਆਓ ਜਿੱਥੇ ਆਪਾਂ ਇਤਿਹਾਸਕ ਵਿਚਾਰਾਂ ਸਾਂਝੀਆਂ ਕਰਨੀਆਂ, ਉੱਥੇ ਨਾਲ ਨਾਲ ਸਤਿਗੁਰ ਦੀ ਪਾਵਨ ਬਾਣੀ ਦੀ ਵਿਚਾਰ ਵੀ ਆਪਾਂ ਸਾਂਝੀ ਕਰਨੀ ਹੈ। ਆਓ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਸਾਰੀ ਸੰਗਤ ਬੜੇ ਅਦਬ ਨਾਲ ਫਤਿਹ ਪ੍ਰਵਾਨ ਕਰੋ ਅਤੇ ਗੱਜ ਕੇ ਆਖੋ, ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਸਾਰੀ ਸੰਗਤ ਇੱਕ ਵਾਰ ਰਲ ਕੇ ਪੌੜੀ ਦੀਆਂ ਇਹਨਾਂ ਤੁਕਾਂ ਦਾ ਪਾਠ ਕਰ ਲਈਏ, ਤਾਂ ਕਿ ਸਾਡਾ ਮਨ ਸ਼ਬਦ ਦੀ ਵਿਚਾਰ ਵਾਸਤੇ ਤਿਆਰੀ ਵਿੱਚ ਆ ਸਕੇ। ਸਾਰੀ ਸੰਗਤ ਹਾਜ਼ਰੀ ਲਵਾਓ ਜੀ। ਜਿਤ ਸੇਵਿਐ ਸੁਖ ਪਾਈਐ, ਜਿਤ ਸੇਵਿਐ ਸੁਖ ਪਾਈਐ, ਜਿਤ ਸੇਵਿਐ ਸੁਖ ਪਾਈਐ, ਜਿਤ ਸੇਵਿਐ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ, ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ ਆਪਣਾ, ਜਿਤ ਕੀਤਾ ਪਾਈਐ ਆਪਣਾ, ਸਾ ਕਾਲ ਬੁਰੀ ਕਿਉਂ ਕਾਲੀਐ, ਸਾ ਕਾਲ ਬੁਰੀ ਕਿਉਂ ਕਾਲੀਐ। ਵਾਹ ਵਾਹ। ਮੰਦਾ ਮੂਲ ਨਾ ਕੀਚਈ, ਮੰਦਾ ਮੂਲ ਨਾ ਕੀਚਈ, ਦੇ ਲੰਬੀ ਨਦਰ ਨਿਹਾਲੀ ਹੈ, ਦੇ ਲੰਬੀ ਨਦਰ ਨਿਹਾਲੀ ਹੈ, ਜਿਉ ਸਾਹਿਬ ਨਾਲ ਨਾ ਹਾਰੀਐ, ਜਿਉ ਸਾਹਿਬ ਨਾਲ ਨਾ ਹਾਰੀਐ, ਤਵੇਹਾ ਪਾਸਾ ਢਾਲੀਐ, ਤਵੇਹਾ ਪਾਸਾ ਢਾਲੀਐ। ਵਾਹ ਵਾਹ। ਕਿਛ ਲਾਹੇ ਉੱਪਰ ਕਾਲੀਐ, ਕਿਛ ਲਾਹੇ ਉੱਪਰ ਕਾਲੀਐ, ਜਿਤ ਸੇਵਿਐ ਸੁਖ ਪਾਈਐ, ਜਿਤ ਸੇਵਿਐ ਸੁਖ ਪਾਈਐ। ਸੋ ਸਾਹਿਬ ਸਦਾ ਸੰਭਾਲੀਐ, ਸੋ ਸਾਹਿਬ ਸਦਾ ਸੰਭਾਲੀਐ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰੇ ਸਾਹਿਬਜ਼ਾਦੇ, ਮਾਤਾ ਗੁਜਰ ਕੌਰ ਜੀ, ਅਨੇਕਾਂ ਸਿੱਖਾਂ ਦੇ ਜੀਵਨ ਨੂੰ ਵੇਖੀਦਾ, ਇੰਝ ਲੱਗਦਾ ਹੈ
ਜਿਵੇਂ ਜਿਹੜੀ ਬਾਣੀ ਗੁਰੂ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਹੈ ਤੇ ਇਹਨਾਂ ਗੁਰੂ ਕੇ ਪਿਆਰੇ ਸਿੱਖਾਂ ਨੇ ਪ੍ਰੈਕਟੀਕਲ ਜ਼ਿੰਦਗੀ ਜੂ ਕੇ ਉਹਨਾਂ ਸ਼ਬਦਾਂ ਦੇ ਅਰਥ ਕੀਤੇ ਨੇ। ਇੰਝ ਮਹਿਸੂਸ ਹੁੰਦਾ ਵੀ ਜੋ ਗੁਰੂ ਸਾਹਿਬ ਜੀ ਨੇ ਕਿਹਾ ਹੈ, ਸਿੱਖ ਨੇ ਸਤਿਗੁਰ ਜੀ ਦੇ ਉਹਨਾਂ ਪਾਏ ਹੋਏ ਪੂਰਨਿਆਂ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕੀਤਾ ਹੈ। ਅਸੀਂ ਗੱਲਾਂ ਕਰ ਰਹੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰੇ ਸਾਹਿਬਜ਼ਾਦਿਆਂ ਦਾ ਜਿਹੜਾ ਜੀਵਨ ਹੈ, ਉਮਰ ਭਾਵੇਂ ਸਭ ਤੋਂ ਵੱਡੇ ਸਾਹਿਬਜ਼ਾਦੇ ਦੀ 14 ਸਾਲ ਹੈ, ਪਰ ਉਹਨਾਂ 14 ਸਾਲਾਂ ਵਿੱਚ ਸਭ ਤੋਂ ਛੋਟੇ ਸਾਹਿਬਜ਼ਾਦੇ ਦੀ ਉਮਰ 7 ਸਾਲ ਹੈ। ਇੰਨੀਆਂ ਘੱਟ ਉਮਰਾਂ ਵਿੱਚ ਜਿਹੜੇ ਉਹਨਾਂ ਦੇ ਪੂਰਨੇ ਪਾਏ ਨੇ, ਜੋ ਉਹਨਾਂ ਦੀ ਦ੍ਰਿੜਤਾ ਹੈ, ਜੋ ਉਹਨਾਂ ਦੇ ਗੁਰੂ ਨੂੰ ਸਮਝਣ ਦਾ ਤਰੀਕਾ ਹੈ, ਦੁਨੀਆ ਅੰਦਰ ਇੱਦਾਂ ਦੀ ਕੋਈ ਮਿਸਾਲ ਨਹੀਂ ਮਿਲਦੀ। ਅੱਜ ਦੇ ਦੀਵਾਨ ਵਿੱਚ ਆਪਾਂ ਜਿੱਥੇ ਸਤਿਗੁਰ ਦੇ ਪਾਵਨ ਉਪਦੇਸ਼ ਨੂੰ ਸਮਝਣ ਅਤੇ ਵਿਚਾਰਨ ਦਾ ਯਤਨ ਕਰਨਾ, ਕੁਝ ਚਿਹਰੇ ਐਸੇ ਨੇ, ਕੁਝ ਪਾਤਰ ਐਸੇ ਨੇ ਜਿਹੜੇ ਕਈ ਵਾਰੀ ਇਤਿਹਾਸ ਦੇ ਪੰਨਿਆਂ ਤੋਂ ਜਦੋਂ ਅਸੀਂ ਪੜ੍ਹਦੇ ਹਾਂ, ਵਿਚਾਰਦੇ ਹਾਂ, ਪਾਸੇ ਰਹਿ ਜਾਂਦੇ ਆ, ਜਿਹੜੇ ਸਾਡੇ ਤੱਕ ਪਹੁੰਚਦੇ ਨਹੀਂ। ਜਦੋਂ ਸਿੱਖਾਂ ਦੀ ਅਸੀਂ ਗੱਲ ਕਰਦੇ ਹਾਂ, ਮਹਾਨ ਉਹ ਗੁਰੂ ਕੇ ਪਿਆਰੇ ਸਿੱਖ ਜਿਨ੍ਹਾਂ ਨੇ ਸਾਡੇ ਲਈ ਕਮਾਲ ਕੁਰਬਾਨੀਆਂ ਕੀਤੀਆਂ ਨੇ। ਜਦੋਂ ਅਸੀਂ ਸਤਿਗੁਰ ਦੀ ਪਾਵਨ ਬਾਣੀ ਨੂੰ ਪੜ੍ਹਦੇ ਹਾਂ ਤਾਂ ਗੁਰਦੇਵ ਜੀ ਇੱਥੇ ਕਹਿੰਦੇ ਨੇ, ਜਿਤ ਸੇਵਿਐ ਸੁਖ ਪਾਈਐ। ਜਿਹਨੂੰ ਸੇਵਣ ਦੇ ਨਾਲ, ਜਿਹਨੂੰ ਸਿਮਰਨ ਦੇ ਨਾਲ, ਜਿਹਨੂੰ ਯਾਦ ਕਰਨ ਦੇ ਨਾਲ, ਜਿਹਦੀ ਸਿੱਖਿਆ ਤੇ ਤੁਰਨ ਨਾਲ ਮਨੁੱਖ ਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਦੁਨੀਆ ਦੇ ਕਿਸੇ ਮਨੁੱਖ ਨੂੰ ਪੁੱਛ ਕੇ ਵੇਖੋ, ਤੂੰ ਸੁਖੀ ਹੋਣਾ ਚਾਹੁੰਦਾ ਕਿ ਦੁਖੀ ਹੋਣਾ ਚਾਹੁੰਦਾ? ਹਰ ਇੱਕ ਮਨੁੱਖ ਦਾ ਜਵਾਬ ਹੋਏਗਾ, ਮੈਂ ਸੁਖੀ ਹੋਣਾ ਚਾਹੁੰਦਾ। ਪਰ ਸਵਾਲ ਇਹ ਪੈਦਾ ਹੁੰਦਾ, ਸੁੱਖ ਤੇ ਦੁੱਖ ਦੀ ਪਰਿਭਾਸ਼ਾ ਕੀ ਹੈ? ਕਿਸੇ ਬੰਦੇ ਨੂੰ ਅੱਧੀ ਰਾਤ ਆਪਣਾ ਘਰ ਛੱਡਣਾ ਪੈ ਜਾਏ, ਪਰਿਵਾਰ ਦੇ 2-3 ਹਿੱਸੇ ਹੋ ਜਾਣ, ਉਹਦੇ ਜ਼ਿੰਦਗੀ 'ਚ ਉਹਨੇ ਕਦੀ ਕਿਸੇ ਦਾ ਮਾੜਾ ਨਾ ਕੀਤਾ ਹੋਵੇ, ਹਰ ਵਕਤ ਚੰਗਾ ਕਰਮ ਕੀਤਾ ਹੋਵੇ, ਤੇ ਸਮਾਜ ਦੇ ਮੁਤਾਬਕ ਦੱਸਿਓ ਭਲਾ ਸੁੱਖ ਹੈ ਕਿ ਦੁੱਖ ਹੈ ਉਹਨੂੰ? ਸਮਾਜ ਦੇ ਲੋਕ ਤੇ ਕਹਿਣਗੇ ਬੜਾ ਦੁੱਖ ਹੈ ਬਈ। ਵੀ ਪਰਿਵਾਰ ਦੇ ਵੀ 3 ਹਿੱਸੇ ਹੋ ਗਏ, ਪਰਿਵਾਰ 'ਚੋਂ ਇੱਕ ਜੀ ਦਾ ਅੰਤਲਾ ਸਮਾਂ ਵੀ ਘਰ 'ਚ ਨਹੀਂ ਆਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਸ ਮਹਾਨ ਜੀਵਨ ਨੂੰ ਵੇਖ ਕੇ ਇੱਕ ਵਾਰੀ ਬੰਦਾ ਹੈਰਾਨ ਹੋ ਜਾਂਦਾ ਹੈ। ਜਿੰਨੇ ਪਰਿਵਾਰ ਦੇ ਜੀ ਨੇ, ਸਾਰਿਆਂ ਦਾ ਅੰਤਲਾ ਸਮਾਂ ਵੱਖ-ਵੱਖ ਥਾਵਾਂ 'ਤੇ ਆਉਂਦਾ ਹੈ। ਵੱਡੇ ਸਾਹਿਬਜ਼ਾਦਿਆਂ ਦਾ ਚਮਕੌਰ ਸਾਹਿਬ ਦੀ ਗੜੀ ਵਿੱਚ, ਛੋਟੇ ਸਾਹਿਬਜ਼ਾਦੇ ਸਰਹੰਦ, ਫਤਿਹਗੜ੍ਹ ਸਾਹਿਬ, ਗੁਰੂ ਤੇਗ ਬਹਾਦਰ ਮਹਾਰਾਜ, ਉਹਨਾਂ ਦੀ ਤੇ ਮਿਸਾਲ ਹੀ ਨਹੀਂ ਦੁਨੀਆ 'ਤੇ ਮਿਲਦੀ। ਸੀਸ ਪੰਜਾਬ ਦੀ ਧਰਤੀ 'ਤੇ, ਧੜ ਦਿੱਲੀ ਦੀ ਧਰਤੀ 'ਤੇ। ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦਾ ਜੋਤੀ ਜੋਤ ਸਮਾਉਣ ਦਾ ਸਮਾਂ ਹਜ਼ੂਰ ਸਾਹਿਬ ਦੀ ਧਰਤੀ 'ਤੇ ਹੈ। ਹੁਣ ਮੈਂ ਗੱਲ ਸਿਰਫ ਇਹ ਕਹਿਣਾ ਚਾਹੁੰਦਾ, ਸੁੱਖ ਤੇ ਦੁੱਖ ਦੀ ਪਰਿਭਾਸ਼ਾ ਕੀ ਹੈ? ਕਿਸੇ ਤੇ ਕੋਈ ਇੱਦਾਂ ਦੀ ਵਿਪਤਾ ਪਈ ਹੁੰਦੀ, ਉਹਨਾਂ ਕਹਿਣਾ ਸੀ ਲੈ ਇੰਨਾ ਚੰਗਾ ਕੰਮ ਕਰਕੇ ਮਿਲਿਆ ਕੀ ਦੁੱਖ? ਪਰ ਪੁੱਛ ਕੇ ਵੇਖੋ, ਕੀ ਇਹ ਦੁੱਖ ਹੈ? ਸਾਡੇ ਮੁਤਾਬਕ ਦੁੱਖ ਹੈ। ਪਰ ਪਾਤਸ਼ਾਹ ਦੀ ਬਾਣੀ ਦੁੱਖ ਪਤਾ ਕਿਹਨੂੰ ਮੰਨਦੀ ਹੈ? ਦੁੱਖ ਤਦੈ ਜਾਂ ਵਿਸਰੈ। ਦੁੱਖ ਉਦੋਂ ਆ ਜਦੋਂ ਵਿਸਰਦਾ ਹੈ। ਜਿਵੇਂ ਆਪਾਂ ਗੁਰੂ ਅਰਜਨ ਸਾਹਿਬ ਦਾ ਵਾਕ ਪੜ੍ਹਦੇ, ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ। ਉਹ ਆਪਣੇ ਬਿਰਧ ਦੀ ਸੰਭਾਲ ਕਰਦਾ, ਔਖੀ ਘੜੀ ਵੇਖਣ ਹੀ ਨਹੀਂ ਦਿੰਦਾ। ਤੇ ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਤੱਤੀ ਤਵੀ ਤੇ ਬੈਠੇ ਨੇ, ਦੇਗ ਵਿੱਚ ਉਬਾਲਾ ਖਾਧਾ। ਦੇਗ ਵਿੱਚ ਉਬਾਲਾ ਖਾਣਾ, ਸੀਸ ਤੇ ਤੱਤਾ ਰੇਤਾ ਪੈਣਾ, ਲੋਹ ਦੇ ਉੱਤੇ ਬਿਠਾਉਣਾ, ਸਰੀਰ ਛਾਲੇ ਛਾਲੇ ਹੋ ਜਾਣਾ। ਕੀ ਇਹ ਸਮਾਜ ਮੁਤਾਬਕ ਦੁੱਖ ਨਹੀਂ? ਬਾਣੀ ਦੁੱਖ ਕਿਹਨੂੰ ਮੰਨਦੀ ਹੈ? ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੁਲੈ ਦਾਰੂ ਲਾਏ। ਹੁਣ ਇੱਥੇ ਸ਼ਬਦ ਹੈ, ਜਿਤ ਸੇਵਿਐ ਸੁਖ ਪਾਈਐ। ਜਿਹਨੂੰ ਸੇਵਣ ਦੇ ਨਾਲ, ਜਿਹਦੀ ਸਿੱਖਿਆ ਨੂੰ ਜ਼ਿੰਦਗੀ 'ਚ ਧਾਰਨ ਕਰਨ ਨਾਲ ਮਨੁੱਖ ਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਸੋ ਸਾਹਿਬ ਸਦਾ ਸੰਭਾਲੀਐ। ਉਸ ਸਾਹਿਬ ਨੂੰ ਸਦਾ ਹੀ ਆਪਣੀ ਸੁਰਤ ਵਿੱਚ ਸੰਭਾਲਣਾ ਚਾਹੀਦਾ ਹੈ।
ਦੁਨੀਆ ਦੇ ਅੰਦਰ ਹਰ ਵਸਤੂ ਨੂੰ ਸੰਭਾਲਣ ਦਾ ਵੱਖਰਾ ਵੱਖਰਾ ਪ੍ਰਬੰਧ ਕਰਦੇ ਅਸੀਂ ਆਪਣੇ ਘਰਾਂ 'ਚ। ਘਰ 'ਚ ਸੋਨਾ ਪਿਆ ਹੋਵੇ ਉਹਨੂੰ ਕਿੱਦਾਂ ਸੰਭਾਲੀਦਾ ਹੈ, ਕੱਪੜੇ ਪਏ ਉਹਨਾਂ ਨੂੰ ਸੰਭਾਲਣ ਦੇ ਤਰੀਕੇ ਵੱਖਰੇ ਨੇ, ਤੂੜੀ ਪੱਠੇ ਘਰਾਂ 'ਚ ਪਏ ਹੁੰਦੇ ਨੇ ਉਹਨਾਂ ਨੂੰ ਸੰਭਾਲਣ ਦੇ ਤਰੀਕੇ ਵੱਖਰੇ ਨੇ। ਘਰਾਂ 'ਚ ਸਾਡੇ ਰਸੋਈਆਂ ਵਿੱਚ ਜੋ ਸਮਾਨ ਪਿਆ ਹੁੰਦਾ, ਖੰਡ ਪੱਤੀ ਘਿਓ ਤੇਲ ਜੋ ਹੈ, ਉਹਨਾਂ ਨੂੰ ਸਾਂਭਣ ਦੇ ਵੱਖਰੇ ਵੱਖਰੇ ਤਰੀਕੇ, ਵੱਖਰੇ ਵੱਖਰੇ ਡੱਬੇ ਲਾਏ ਨੇ। ਹੁਣ ਸਾਹਿਬ ਨੂੰ ਕਿੱਥੇ ਸੰਭਾਲਣਾ ਹੈ? ਸਾਹਿਬ ਨੂੰ ਸੰਭਾਲਣ ਲਈ ਕਿਹੜਾ ਬਰਤਨ ਹੈ ਸਾਡੇ ਕੋਲ? ਇਹਦਾ ਵੀ ਜਵਾਬ ਗੁਰਬਾਣੀ 'ਚ ਹੈ। ਹਾਣ ਹਟ ਕਰ ਆਰਜਾ, ਸੱਚ ਨਾਮ ਕਰ ਵਥ, ਸੁਰਤ ਸੋਚ ਕਰ ਭਾਂਡਸਲ, ਤਿਸ ਵਿੱਚ ਤਿਸ ਨੂੰ ਰੱਖ। ਸਤਿਗੁਰੂ ਜੀ ਨੇ ਬਾਕਮਾਲ ਉਦਾਹਰਨਾਂ ਦੇ ਦੇ ਕੇ ਸਮਝਾਇਆ। ਪਹਿਲਾਂ ਤੇ ਸਮਝ ਖਸਮ ਕੌਣ ਹੈ? ਸੱਚ ਸਭਨਾ ਕਾ ਖਸਮ ਹੈ। ਸੱਚ ਖਸਮ ਹੈ ਤੇ ਖਸਮ ਨੂੰ ਸੰਭਾਲਣਾ ਕਿੱਥੇ ਹੈ? ਸੱਚ ਨੂੰ ਸੰਭਾਲਣ ਲਈ ਕੀ ਚਾਹੀਦਾ? ਸੁਰਤ ਰੂਪੀ ਭਾਂਡਾ। ਜਿਤ ਸੇਵਿਆ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਏ। ਉਹ ਸਾਹਿਬ ਕਿਹੜਾ? ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਵਣਜਾਰਿਆ। ਖਸਮ ਕੀ ਹੈ? ਸੱਚ ਸਭਨਾ ਕਾ ਖਸਮ ਹੈ। ਸੱਚ ਰੂਪੀ ਖਸਮ ਨੂੰ ਸੰਭਾਲਣ ਲਈ ਕੀ ਚਾਹੀਦਾ ਹੈ? ਭਾਂਡਾ। ਕਿਹੜਾ ਭਾਂਡਾ? ਸੁਰਤ ਸੋਚ ਕਰ ਭਾਂਡ ਸਾਲ, ਤਿਸ ਵਿੱਚ ਤਿਸ ਨੂੰ ਰੱਖ। ਜਿਨ੍ਹਾਂ ਦੇ ਦਿਨ ਮਨਾ ਰਹੇ ਹਾਂ, ਵੇਖੋ ਜਦੋਂ ਸਾਡੇ ਇਤਿਹਾਸ ਅਸੀਂ ਸੁਣਾਉਂਦੇ ਹਾਂ ਜਾਂ ਸੁਣਦੇ ਹਾਂ ਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇੰਝ ਪੇਸ਼ ਕੀਤਾ ਜਾਂਦਾ ਕਿ ਉਹਨਾਂ ਨੇ ਇਸਲਾਮ ਦੀ ਜੜ ਪੜ ਦਿੱਤੀ, ਇੱਦਾਂ ਦੇ ਸ਼ਬਦ ਬੋਲੇ ਜਾਂਦੇ ਨੇ। ਬਲਕਿ ਗੁਰੂ ਸਾਹਿਬ ਜੀ ਦਾ ਸਿਧਾਂਤ ਕਿਸੇ ਇਸਲਾਮ ਦੇ ਉਲਟ ਨਹੀਂ ਹੈ, ਕਿਸੇ ਮਜ਼ਹਬ ਫਿਰਕੇ ਦੇ ਉਲਟ ਨਹੀਂ ਹੈ। ਸਿੱਖੀ ਸਿਧਾਂਤਾਂ ਦੀ ਲੜਾਈ ਕਿਸੇ ਜਾਤੀ ਫਿਰਕਾ ਨਸਲ ਕੁਲ ਜਾਤ ਦੇ ਉਲਟ ਨਹੀਂ ਹੈ। ਗੁਰੂ ਸਾਹਿਬ ਜੀ ਦੀ ਜੰਗ ਜ਼ੁਲਮ ਦੇ ਵਿਰੁੱਧ ਹੈ। ਜ਼ੁਲਮ ਕਰਨ ਵਾਲਾ ਕੋਈ ਵੀ ਕਿਉਂ ਨਾ ਹੋਵੇ। ਜੇ ਗੁਰੂ ਸਾਹਿਬ ਇਸਲਾਮ ਦੇ ਉਲਟ ਹੁੰਦੇ ਤੇ ਗਨੀ ਖਾਂ ਤੇ ਨਬੀ ਖਾਂ ਗੁਰੂ ਗੋਬਿੰਦ ਸਿੰਘ ਨੂੰ ਉੱਚ ਦਾ ਪੀਰ ਬਣਾ ਕੇ ਲੈ ਕੇ ਜਾਂਦੇ। ਸਭ ਤੋਂ ਵੱਡੀ ਮਿਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਕਾਲ ਜਿਹੜੀ ਵਾਪਰੀ ਹੈ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਸਾ ਨਦੀ ਤੋਂ ਹੁੰਦਿਆਂ ਹੋਇਆਂ ਕੋਟਲਾ ਨਿਹੰਗ ਖਾਂ ਦੇ ਘਰ ਪਹੁੰਚਦੇ ਨੇ। ਮੁਸਲਮਾਨ ਹੈ ਤੇ ਬੜਾ ਪਿਆਰਾ ਸਿੱਖ ਹੈ। ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੁਝ ਸਮੇਂ ਲਈ ਠਹਿਰਦੇ ਨੇ। ਪਿੱਛੋਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਕਿਉਂਕਿ ਇੱਕ ਜ਼ਾਲਮਾਂ ਨੂੰ ਰੋਕਣ ਵਾਸਤੇ ਬਾਬਾ ਅਜੀਤ ਸਿੰਘ ਤੇ ਭਾਈ ਬਚਿੱਤਰ ਸਿੰਘ ਪਿੱਛੇ ਖਲੋਤੇ ਨੇ। ਇਹਨਾਂ ਦੋਨਾਂ ਜਾਣਿਆਂ ਨੇ ਜ਼ਾਲਮਾਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਭਾਈ ਬਚਿੱਤਰ ਸਿੰਘ ਜ਼ਖਮੀ ਹੋ ਜਾਂਦੇ ਨੇ। ਭਾਈ ਬਚਿੱਤਰ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਬਾਬਾ ਅਜੀਤ ਸਿੰਘ ਕੋਟਲਾ ਨਿਹੰਗ ਖਾਂ ਦੇ ਘਰ ਲੈ ਕੇ ਆਉਂਦੇ ਨੇ। ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਉਸ ਵਕਤ ਉੱਥੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਤਾ ਹੈ ਕਿ ਦੁਸ਼ਮਣ ਪਿੱਛਾ ਕਰਦਾ ਕਰਦਾ ਇੱਥੋਂ ਤੱਕ ਪਹੁੰਚ ਸਕਦਾ। ਮਹਾਰਾਜ ਨੇ ਕੋਟਲਾ ਨਿਹੰਗ ਖਾਂ ਦੀ ਡਿਊਟੀ ਲਾਈ ਕਿ ਤੁਸੀਂ ਭਾਈ ਬਚਿੱਤਰ ਸਿੰਘ ਜੀ ਦੀ ਸੇਵਾ ਸੰਭਾਲ ਕਰੋ, ਅਸੀਂ ਇੱਥੋਂ ਨਾਲ ਸਿੱਖ ਲੈ ਕੇ ਤੇ ਅੱਗੇ ਜਾਂਦੇ ਹਾਂ। ਦੁਨੀਆ ਅੰਦਰ ਇੱਦਾਂ ਦੀ ਮਿਸਾਲ ਨਹੀਂ ਮਿਲੇਗੀ। ਕੋਟਲਾ ਨਿਹੰਗ ਖਾਂ ਆਪਣੇ ਘਰ, ਭਾਈ ਬਚਿੱਤਰ ਸਿੰਘ ਜ਼ਖਮੀ ਹਾਲਤ ਵਿੱਚ ਹੈ, ਉਹਨੂੰ ਆਪਣੇ ਘਰ ਰੱਖਦੇ ਨੇ, ਉਹਦੀ ਸੇਵਾ ਸੰਭਾਲ ਕਰਦੇ ਨੇ। ਉਹਨਾਂ ਦੀ ਬੜੀ ਪਿਆਰੀ ਬੇਟੀ ਹੈ ਜਿਹਦਾ ਨਾਂ ਇਤਿਹਾਸ ਵਿੱਚ ਮੁਮਤਾਜ਼ ਕਰਕੇ ਆਉਂਦਾ ਹੈ। ਪਿੱਛੋਂ ਫੌਜ ਚੜ੍ਹੀ ਆ ਰਹੀ ਹੈ। ਸੂਈਆਂ ਨੂੰ ਖਬਰ ਮਿਲ ਗਈ, ਕਿਉਂਕਿ ਵਿੱਚੇ ਹੀ ਹੁੰਦੇ ਨੇ ਜਿਹੜੇ ਖਬਰਾਂ ਦੇਣ ਵਾਲੇ ਆ। ਕੋਟਲਾ ਨਿਹੰਗ ਖਾਂ ਦੇ ਉਸ ਘਰ ਨੂੰ ਘੇਰਾ ਪਾ ਲਿਆ, ਤਲਾਸ਼ੀ ਲੈਣ ਲੱਗੇ ਨੇ। ਜਿਸ ਕਮਰੇ ਵਿੱਚ ਭਾਈ ਬਚਿੱਤਰ ਸਿੰਘ ਜ਼ਖਮੀ ਹਾਲਤ ਵਿੱਚ ਪਿਆ ਹੈ, ਉਹ ਕਮਰੇ ਦਾ ਦਰਵਾਜ਼ਾ ਬੰਦ ਹੈ। ਸਿਪਾਹੀ ਕਹਿੰਦੇ ਜੀ ਇੱਧਰ ਕੌਣ ਹੈ? ਤੇ ਉਸ ਕਮਰੇ ਵਿੱਚ ਇੱਕ ਭਾਈ ਬਚਿੱਤਰ ਸਿੰਘ ਸਨ, ਦੂਜਾ ਕੋਟਲਾ ਨਿਹੰਗ ਖਾਂ ਦੀ ਬੇਟੀ ਮੁਮਤਾਜ਼ ਸੀ, ਕੁਆਰੀ ਸੀ ਅਜੇ, ਅਤੇ ਉਹਦਾ ਨਿਕਾਹ ਹੋਣਾ ਸੀ। ਸਿਪਾਹੀ ਪੁੱਛਦੇ ਜੀ ਕੌਣ ਹੈ? ਕਹਿੰਦੇ ਮੇਰੀ ਧੀ ਤੇ ਮੇਰਾ ਜਵਾਈ ਹੈ ਜੀ। ਇਹ ਕਿਰਦਾਰ ਕਿੱਥੋਂ ਲੱਭੋਗੇ ਜੀ? ਇਸਲਾਮ ਦੇ ਉਲਟ ਪ੍ਰਚਾਰਕ ਇੱਕ ਕਰੈਕਟਰ ਕਿੱਥੋਂ ਲੱਭੋਗੇ? ਕਿਸੇ ਬਾਪ ਵਿੱਚ ਇੰਨੀ ਯੁਰਤ ਹੋਏਗੀ, ਇੰਨੀ ਦਲੇਰੀ ਕਰ ਪਾਏਗਾ? ਇਹਦਾ ਮਤਲਬ ਕਿੰਨਾ ਉਹਦੇ ਅੰਦਰ ਪਿਆਰ ਹੋਏਗਾ ਗੁਰੂ ਪ੍ਰਤੀ। ਸਿਪਾਹੀਆਂ ਨੇ ਹਿੰਮਤ ਨਹੀਂ ਕੀਤੀ, ਉਹਨਾਂ ਉਲਟੀ ਮਾਫੀ ਮੰਗੀ ਨਿਹੰਗ ਖਾਂ ਦੇ ਕੋਲੋਂ ਵੀ ਸਾਡੇ ਕੋਲੋਂ ਗਲਤੀ ਹੋ ਗਈ, ਉਹ ਅੱਗੇ ਚਲੇ ਗਏ।
ਸਵੇਰੇ ਦਿਨ ਚੜ੍ਹਦਿਆਂ ਤੱਕ ਭਾਈ ਬਚਿੱਤਰ ਸਿੰਘ ਪ੍ਰਾਣ ਤਿਆਗ ਜਾਂਦੇ ਨੇ। ਕੋਟਲਾ ਨਿਹੰਗ ਖਾਂ ਦੇ ਘਰ ਵਿੱਚ ਇੱਕ ਖੂਹ ਹੈ। ਖੂਹ ਦੇ ਲਾਗੇ ਸਵੇਰੇ ਪਿੰਡ ਦੇ ਹੀ 2 ਵਿਅਕਤੀ ਸੱਦੇ ਗਏ। ਕੋਟਲਾ ਨਿਹੰਗ ਖਾਂ ਦੇ ਘਰ ਦੇ ਵਿੱਚ ਹੀ ਉਹਨਾਂ ਦਾ ਭਾਈ ਬਚਿੱਤਰ ਸਿੰਘ ਦਾ ਸੰਸਕਾਰ ਕੀਤਾ ਗਿਆ। ਜਿੱਥੇ ਮੁਮਤਾਜ਼ ਦੀ ਮੰਗਣੀ ਹੋਈ ਸੀ, ਥੋੜ੍ਹੇ ਸਮੇਂ ਬਾਅਦ ਜਦੋਂ ਮੁਮਤਾਜ਼ ਨੂੰ ਪੁੱਛਿਆ ਗਿਆ ਤੇਰਾ ਹੁਣ ਨਿਕਾਹ ਕਰਨਾ ਹੈ, ਤੇ ਉਸ ਧੀ ਦਾ ਜਵਾਬ ਸੀ ਮੈਂ ਹੁਣ ਸੁਹਾਗਣ ਹਾਂ, ਮੇਰਾ ਪਤੀ ਦੁਨੀਆ ਤੋਂ ਚੜ੍ਹਾਈ ਕਰ ਚੁੱਕਾ ਹੈ। ਮੇਰੇ ਬਾਪ ਨੇ ਜਦੋਂ ਇੱਕ ਵਾਰ ਕਹਿਤਾ ਕਿ ਮੇਰਾ ਧੀ ਜਵਾਈ ਪਿਆ, ਮੈਂ ਬਚਿੱਤਰ ਸਿੰਘ ਦੀ ਪਤਨੀ ਹਾਂ। ਉਸ ਧੀ ਨੇ ਦੁਬਾਰਾ ਵਿਆਹ ਨਹੀਂ ਕਰਾਇਆ। 130 ਸਾਲ ਦੀ ਉਮਰ ਭੋਗ ਕੇ ਉਹ ਦੁਨੀਆ ਤੋਂ ਜਾਂਦੀ ਹੈ ਕਰੈਕਟਰ ਕੋਈ? ਇਸ ਕਿਰਦਾਰ ਦਾ ਕੋਈ ਮੁਕਾਬਲਾ ਹੋਏਗਾ? ਇੱਥੇ ਪਤਾ ਨਹੀਂ ਅਸੀਂ ਆਪਣੇ ਰੋਲ ਮਾਡਲ ਕਿਹਨਾਂ ਨੂੰ ਬਣਾ ਕੇ ਬੈਠ ਗਏ ਹਾਂ। ਉਸ ਧੀ ਦਾ ਸਤਿਕਾਰ ਅੱਜ ਵੀ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਹੋਇਆ ਹੈ। ਮੈਂ ਸਿਰਫ ਇਹ ਦੱਸਣਾ ਚਾਹੁੰਦਾ, ਜਿੱਥੇ ਮਹਾਨ ਗੁਰੂ ਕੇ ਪਿਆਰੇ ਸਿੱਖਾਂ ਦੀਆਂ ਐਡੀਆਂ ਵੱਡੀਆਂ ਕੁਰਬਾਨੀਆਂ ਨੇ, ਨਿਹੰਗ ਖਾਂ ਦੀ ਕੁਰਬਾਨੀ ਕਿਸੇ ਗੱਲੋਂ, ਉੱਚੀ ਬੋਲੋ ਪਿਆਰਿਓ, ਘੱਟ ਨਹੀਂ। ਜਿਹੜਾ ਆਪਣੀ ਕੁਆਰੀ ਧੀ ਨੂੰ, ਭਾਈ ਬਚਿੱਤਰ ਸਿੰਘ ਜ਼ਖਮੀ ਹਾਲਤ ਵਿੱਚ ਹੈ, ਉਹ ਕਹਿੰਦਾ ਮੇਰੀ ਧੀ ਤੇ ਮੇਰਾ ਜਵਾਈ ਪਿਆ। ਤੇ ਇਹ ਤੋਂ ਇੱਕ ਗੱਲ ਕੀ ਮਿਲਦੀ ਹੈ, ਕਿੰਨੀ ਲਾਇਕ ਬੱਚੀ ਹੋਏਗੀ, ਬਾਪ ਦੇ ਮੂੰਹ ਚੋਂ ਨਿਕਲੇ ਹੋਏ ਬਚਨਾਂ ਨੂੰ ਉਹਨੇ ਅਖੀਰਲਾ ਸੱਚ ਮੰਨ ਲਿਆ। ਇੱਥੇ ਕਈ ਵਾਰੀ ਮਾਂ ਬਾਪ ਦੀਆਂ ਧੱਜੀਆਂ ਉਡਾ ਦਿੰਦੇ ਨੇ ਸਾਡੇ ਬੱਚੇ। ਜਿਹਨੂੰ ਸਾਡਾ ਅਜੋਕਾ ਸਮਾਜ ਲਵ ਮੈਰਿਜ ਕਹਿੰਦਾ ਹੈ, ਉਹ ਸਮਾਂ ਪਾ ਕੇ ਵਿੱਚੋਂ ਲਵ ਉੱਡ ਜਾਂਦਾ ਹੈ, ਇਕੱਲੀ ਖੋਖੀ ਜੀ ਥੋਥੀ ਜੀ ਮੈਰਿਜ ਰਹਿ ਜਾਂਦੀ ਆ। ਜਿੱਥੇ ਮਾਂ ਬਾਪ ਦੀ ਸਹਿਮਤੀ ਹੋਏਗੀ, ਧੀ ਪੇਕੇ ਦੱਸਣ ਜੋਗੀ ਵੀ ਹੋਏਗੀ, ਸਹੁਰਿਆਂ ਨੂੰ ਵੀ ਪਤਾ ਹੋਏਗਾ ਪਿੱਛੇ ਭਰਾ ਨੇ, ਤਾਏ ਚਾਚੇ ਨੇ, ਕਿਸੇ ਚੰਗੇ ਅਣਖੀ ਖਾਨਦਾਨ ਦੀ ਬੱਚੀ ਹੈ। ਗੁੱਸਾ ਨਾ ਮਨਾਇਓ, ਜਿਹੜੀਆਂ ਧੀਆਂ ਆਮ ਮੁਹਾਰੇ ਇਹੋ ਜਿਹਾ ਕਦਮ ਚੁੱਕਦੀਆਂ, ਫਿਰ ਸਮਾਂ ਪਾ ਕੇ ਪਰਿਵਾਰ ਵੀ ਅੱਗਿਓਂ ਟੌਰਚਰ ਕਰਦਾ। ਕੋਈ ਵੱਖਰਾ ਹੀ ਹੋਏਗਾ, ਕੋਈ ਵਿਰਲਾ ਹੀ ਹੋਏਗਾ ਜਿਹੜਾ ਇੱਦਾਂ ਨਹੀਂ ਕਰੇਗਾ। ਧੀਓ, ਤੁਹਾਡੇ ਗਾੜੀ ਹੱਥ ਜੋੜ ਕੇ ਬੇਨਤੀ ਆ, ਮਾਂ ਨਾਲੋਂ ਵੱਧ ਕੋਈ ਪਿਆਰ ਨਹੀਂ ਕਰ ਸਕਦਾ। ਜਿਹੜਾ ਆਂਦਾ ਨਾ ਮੈਂ ਪਿਆਰ ਹੋ ਗਿਆ ਮੈਨੂੰ, ਪਿਓ ਨਾਲੋਂ ਵੱਧ ਪਿਆਰ ਕਰ ਲੂ ਕੋਈ? ਬੋਲੋ ਮੇਰੇ ਵੀਰੋ, ਪਿਓ ਨਾਲੋਂ ਵੱਧ ਕੋਈ ਧੀ ਨੂੰ ਪਿਆਰ ਕਰਦਾ ਹੋਏਗਾ? ਕੋਈ ਭਰਾ ਨਾਲੋਂ ਆਪਣੀ ਭੈਣ ਨੂੰ ਵੱਧ ਪਿਆਰ ਕਰਦਾ ਹੋਏਗਾ? ਉਹ ਪਿਆਰ ਨਹੀਂ ਹੁੰਦਾ। ਮੈਂ ਗੁਰੂ ਦੀ ਹਜ਼ੂਰੀ 'ਚ ਕਹਿਣਾ, ਉਹ ਕੁਝ ਸਮੇਂ ਦੀ ਹਵਸ਼ ਹੁੰਦੀ ਹੈ। ਸਿਰ ਨੂੰ ਚੜ੍ਹੀਆਂ ਹੋਈਆਂ ਕਾਮ ਵਾਸ਼ਨਾਵਾਂ ਨੇ, ਜਿਹੜੀਆਂ ਵਕਤੀ ਹੁੰਦੀਆਂ ਨੇ, ਸਮਾਂ ਪਾ ਕੇ ਲੈ ਜਾਂਦੀਆਂ ਨੇ। ਮਾਂ ਬਾਪ ਕਦੀ ਆਪਣੇ ਬੱਚਿਆਂ ਦਾ ਬੁਰਾ ਨਹੀਂ ਸੋਚਦੇ, ਪਰ ਕੁਝ ਸਮੇਂ ਲਈ ਅੱਖਾਂ 'ਤੇ ਪੱਟੀਆਂ ਵੱਜ ਜਾਂਦੀਆਂ ਨੇ। ਜਦੋਂ ਇਹੋ ਜਿਹੀਆਂ ਅਸੀਂ ਘਟਨਾਵਾਂ ਪੜ੍ਹਾਂਗੇ, ਇਹ ਹੈ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਇਹ ਦਾਦਿਆਂ ਪੜਦਾਦਿਆਂ ਦੀਆਂ ਕਹਾਣੀਆਂ ਪੁੱਤਰਾਂ ਨੂੰ ਸਪੁੱਤਰ ਬਣਾ ਦਿੰਦੀਆਂ ਨੇ, ਨਲਾਇਕਾਂ ਨੂੰ ਲਾਇਕ ਬਣਾ ਦਿੰਦੀਆਂ ਨੇ, ਵਿਗੜਿਆਂ ਨੂੰ ਸੁਧਾਰ ਦਿੰਦੀਆਂ ਨੇ। ਹਰ ਸਾਲ ਅਸੀਂ ਸਾਖੀਆਂ ਇਤਿਹਾਸ ਦੀਆਂ ਸੁਣਦੇ ਹਾਂ, ਸੁਣਾਉਂਦੇ ਹਾਂ। ਇਹਨਾਂ ਸਾਖੀਆਂ 'ਚੋਂ ਆਪਣੀ ਜ਼ਿੰਦਗੀ 'ਚ ਕੁਝ ਲਾਗੂ ਕਰਕੇ ਵੇਖੋ। ਬਾਕਮਾਲ ਇਤਿਹਾਸ ਹੈ ਸਾਡੇ ਗੁਰੂ ਪਾਤਸ਼ਾਹ ਦਾ। ਇੱਕ ਨੇ ਹੀ ਆਸ਼ਕੀ ਦੂਜੇ ਲੱਗਿਆ ਜਾਏ, ਨਾਨਕ ਆਸ਼ਕ ਕਾਂਢੀਏ ਸਾਦੀ ਹੀ ਰਹਿ ਸਮਾਏ। ਆਸ਼ਕ ਉਹ ਆ ਜਿਹੜਾ ਸਦਾ ਹੀ ਸਮਾਇਆ ਰਵੇ, ਗੁਰ ਕਿਰਪਾ ਜੇ ਨਰ ਕੋ ਕੀਨੀ, ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਜਦੋਂ ਇੱਦਾਂ ਦੀ ਗੱਲ ਸਾਨੂੰ ਸਮਝ ਆਏਗੀ, ਸਾਡੀ ਜ਼ਿੰਦਗੀ ਜਿਉਣ ਦਾ ਤਰੀਕਾ ਨਿਵੇਕਲਾ ਹੋਏਗਾ। ਸਾਨੂੰ ਸਮਝ ਆਏਗੀ ਪਾਤਸ਼ਾਹ ਦੀ ਬਾਣੀ ਕਹਿੰਦੀ ਕੀ ਹੈ। ਤੇ ਉਸ ਮੁਮਤਾਜ਼ ਦਾ ਸੁਨਹਿਰੀ ਅੱਖਰਾਂ ਵਿੱਚ ਨਾਂ ਲਿਖਿਆ ਗਿਆ, ਉਹਨੂੰ ਯਾਦ ਕੀਤਾ ਗਿਆ। ਉਹ ਇੱਕ ਮੀਲ ਪੱਥਰ ਸਾਬਤ ਹੋਈ ਧੀ, ਕਿ ਇੱਦਾਂ ਦਾ ਕਿਰਦਾਰ ਵੀ ਧੀਆਂ ਦਾ, ਬੱਚਿਆਂ ਦਾ ਹੋ ਸਕਦਾ ਹੈ। ਦੂਜੀ ਬੀਬੀ ਹਰਸ਼ਰਨ ਕੌਰ, ਜਿਹਨੇ ਵੱਡੇ ਸਾਹਿਬਜ਼ਾਦਿਆਂ ਦਾ ਅਤੇ ਸਿੱਖਾਂ ਦਾ ਸੰਸਕਾਰ ਕੀਤਾ ਸੀ। ਇਹ ਉਹ ਧੀਆਂ ਨੇ ਸਿੱਖ ਕੌਮ ਦੀਆਂ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਧੀਆਂ ਹੋਣ ਦਾ ਮਾਣ ਮਿਲਿਆ, ਜਿਨ੍ਹਾਂ ਨੂੰ ਸਮਝਣਾ ਵਿਚਾਰਨਾ ਬਹੁਤ ਜ਼ਰੂਰੀ ਹੈ। ਜਦੋਂ ਸਾਹਿਬਜ਼ਾਦੇ ਤੇ ਅਨੇਕਾਂ ਗੁਰੂ ਕੇ ਸਿੱਖ ਚਮਕੌਰ ਸਾਹਿਬ ਦੀ ਗੜ੍ਹੀ ਅੰਦਰ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ, ਢੰਡੋਰ 'ਚ ਹੀ ਆਉਂਦਾ ਹੈ, ਉਹ ਡੱਗਾ ਇਲਾਕੇ ਦੇ ਵਿੱਚ ਉੱਚੀ ਉੱਚੀ ਬੋਲਦਾ ਹੈ, ਬਾਗੀ ਗੁਰੂ ਗੋਬਿੰਦ ਸਿੰਘ।
ਤੇ ਉਹਨਾਂ ਦੇ ਸਿੱਖ ਤੇ ਉਹਨਾਂ ਦੇ ਸਾਹਿਬਜ਼ਾਦੇ ਅਸੀਂ ਸਦਾ ਲਈ ਖਤਮ ਕਰ ਦਿੱਤੇ ਨੇ। ਹੁਣ ਉਹਨਾਂ ਦੇ ਮੁਤਾਬਕ ਤਾਂ ਗੁਰੂ ਗੋਬਿੰਦ ਸਿੰਘ ਵੀ ਸਦਾ ਲਈ ਖਤਮ ਹੋ ਗਏ ਨੇ। ਉਹਨਾਂ ਨੇ ਤਾਂ ਇਹੋ ਸੋਚਿਆ ਕਿਉਂਕਿ ਚਮਕੌਰ ਸਾਹਿਬ ਦੀ ਗੜੀ 'ਚ ਉਹ ਤਾਂ ਬਾਅਦ 'ਚ ਪਤਾ ਲੱਗਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਇਹ ਦੁਸ਼ਮਣਾਂ ਦੇ ਮੂੰਹ 'ਤੇ ਬਹੁਤ ਵੱਡੀ ਚਪੇੜ ਸੀ ਕਿ 6 ਮਹੀਨਿਆਂ ਤੋਂ ਵੱਧ ਆਨੰਦਪੁਰ ਸਾਹਿਬ ਨੂੰ ਘੇਰਾ ਪਾਉਣ ਤੋਂ ਬਾਅਦ ਵੀ ਤੇ ਇੱਕ ਖਤ ਜੇ ਤੇ ਔਰੰਗਜ਼ੇਬ ਦੇ ਸੈਨ ਸਨ, ਕੁਰਾਨ ਦੀਆਂ ਕਸਮਾਂ ਖਾ ਕੇ, ਗਊ ਦੀਆਂ ਕਸਮਾਂ ਖਾ ਕੇ, ਸਾਰਾ ਕੁਝ ਕਰਨ ਤੋਂ ਬਾਅਦ ਆਨੰਦਪੁਰ ਦਾ ਕਿਲ੍ਹਾ ਵੀ ਖਾਲੀ ਕਰਾ ਲਿਆ, ਪਰ ਉਹ ਗੁਰੂ ਗੋਬਿੰਦ ਸਿੰਘ ਨੂੰ ਫੜ ਨਹੀਂ ਪਾਏ। ਇਹ ਬੜੀ ਵੱਡੀ ਸਮੇਂ ਦੀ ਸਰਕਾਰ ਦੀ ਹਾਰ ਸੀ। ਆ ਕਿਸਾਨੀ ਅੰਦੋਲਨ 'ਚ ਨਾ ਜਿਹੜੇ 3 ਕਾਲੇ ਕਾਨੂੰਨ ਕਿਸਾਨਾਂ ਨੇ ਵਾਪਸ ਕਰਾਏ ਨੇ, ਇਹ ਕਿਤੇ ਨਾ ਕਿਤੇ ਸਿਹਰਾ ਸਾਡੇ ਸਿੱਖ ਕੌਮ ਦੇ ਵਡਮੁੱਲੇ ਇਤਿਹਾਸ ਨੂੰ ਜਾਂਦਾ ਹੈ। ਕਿਤੇ ਨਾ ਕਿਤੇ ਦ੍ਰਿੜਤਾ, ਪੂਰਨ ਵਿਸ਼ਵਾਸ, ਭਰੋਸਾ ਜਿਹੜਾ ਸੀ, ਅਗਵਾਈ, ਇਹ ਗੁਰੂ ਕੇ ਇਤਿਹਾਸ, ਗੁਰੂ ਦੀਆਂ ਬਾਣੀ ਨੇ ਕੀਤੀ ਹੈ। ਵੀ ਜਿਹੜੀ ਜ਼ੁਬਾਨ ਨਾਲ PM ਨੂੰ ਇਹ ਅੰਦੋਲਨ ਜੀਵੀ ਸ਼ਬਦ ਬੋਲੇ ਸੀ ਤੇ ਉਸੇ ਜ਼ੁਬਾਨ ਨਾਲ ਇਹ ਸ਼ਬਦ ਕਹਿਣੇ ਪਏ, ਮੈਂ ਸਮੁੱਚੇ ਕਿਸਾਨਾਂ ਤੇ ਕਿਰਤੀਆਂ ਕੋਲੋਂ, ਮਜ਼ਦੂਰਾਂ ਕੋਲੋਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਤੇ ਅਸੀਂ 3 ਕਾਲੇ ਕਾਨੂੰਨ ਵਾਪਸ ਲੈਂਦੇ ਹਾਂ। ਇਹ ਕੋਈ ਗੱਲ ਛੋਟੀ ਨਹੀਂ ਸੀ, ਇਹ ਗੱਲ ਬਹੁਤ ਵੱਡੀ ਸੀ ਵੀ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਹੋਏ 3 ਕਾਲੇ ਕਾਨੂੰਨ ਲਗਾਤਾਰ ਭਾਵੇਂ 1 ਸਾਲ 13 ਦਿਨ ਉੱਥੇ ਬਹਿਣਾ ਪਿਆ, ਪਰ ਉਹ ਸ਼ਬਦ ਜਿਹੜੀ ਜ਼ੁਬਾਨ 'ਚੋਂ ਕੱਢੇ, ਕਿਸਾਨਾਂ ਨੇ, ਕਿਰਤੀਆਂ ਨੇ ਭਾਵੇਂ ਚੌਂਕੜੇ ਮਾਰ ਕੇ ਉੱਥੇ ਲਗਾਤਾਰ ਅੰਦੋਲਨ ਲੜਿਆ, ਉਹ ਲਫ਼ਜ਼ ਉਹਦੇ ਮੂੰਹ 'ਚ ਵਾਪਸ ਪਾਏ। ਇਹ ਬਹੁਤ ਵੱਡੀ ਗੱਲ ਸੀ। ਇਹਦਾ ਅਰਥ ਗੁਰੂ ਸਾਹਿਬ ਦੀ ਸਿੱਖਿਆ, ਗੁਰੂ ਸਾਹਿਬ ਦੀ ਬਾਣੀ ਦੀ ਪ੍ਰੇਰਨਾ ਸਾਨੂੰ ਅੰਦਰੋਂ ਮਜ਼ਬੂਤ ਕਰਦੀ ਹੈ। ਅੱਜ ਪਤਾ ਨਹੀਂ ਅਸੀਂ ਕੀ ਕੱਚ ਕਰੜ ਸੁਣੀ ਜਾਂਦੇ ਹਾਂ। ਅਸੀਂ ਤਾਂ ਜੋ ਕੁਝ ਸਾਡਾ ਜਿੱਦਾਂ ਦਾ ਕਲਚਰ ਹੈ, ਜੋ ਕੁਝ ਅਸੀਂ ਸੁਣਦੇ ਹਾਂ, ਵੇਖਦੇ ਹਾਂ, ਸਾਡਾ ਮਨ ਵੀ ਉੱਦਾਂ ਦਾ ਬਣੀ ਜਾਂਦਾ ਹੈ। ਐਵੇਂ ਨਹੀਂ ਸੀ ਗੁਰੂ ਪਾਤਸ਼ਾਹ ਨੇ ਆਖਿਆ ਸੀ, ਮੇਰੇ ਮਾਧੋ ਜੀ, ਬੋਲੋ ਸਾਰੇ, ਸਤ ਸੰਗਤ ਮਿਲੈ। ਜਿਹੜਾ ਮਨ ਹੈ ਇਹ ਵਿਚਾਰ ਹੈ। ਧਿਆਨ ਨਾਲ ਸੁਣਿਓ ਇਸ ਗੱਲ ਨੂੰ। ਮਨ ਕੀ ਹੈ? ਪੜ੍ਹੀਆਂ ਲਿਖੀਆਂ ਮੇਰੀਆਂ ਬੱਚੀਆਂ, ਮੇਰੀਆਂ ਭੈਣਾਂ, ਮੇਰੇ ਨੌਜਵਾਨ ਵੀਰ ਬੈਠੇ ਆ। ਮਨ ਕੀ ਆ? ਮਨ ਹੈ ਵਿਚਾਰ। ਜਿਵੇਂ ਸੌਖਾ ਸਮਝੋ, ਇੱਕ ਸੀਮੈਂਟ ਦੀ ਕੰਧ ਜੇ ਡਿੱਗ ਪਵੇ, 2-4 ਇੱਟਾਂ ਲੈ ਜਾਣ, ਉਹਦੀ ਰਿਪੇਅਰ ਕਾਹਦੇ ਨਾਲ ਕਰਾਂਗੇ? ਸੀਮੈਂਟ ਨਾਲ ਹੀ, ਕਿਉਂਕਿ ਸੀਮੈਂਟ ਦੀ ਕੰਧ ਹੈ, ਸੀਮੈਂਟ ਨਾਲ ਹੀ ਰਿਪੇਅਰ ਹੋਏਗੀ। ਜੇ ਕੱਚੀ ਕੰਧ ਮਿੱਟੀ ਦੀ ਡਿੱਗ ਪਵੇ, ਉਹ ਕਾਹਦੇ ਨਾਲ ਰਿਪੇਅਰ ਕਰਾਂਗੇ? ਮਿੱਟੀ ਨਾਲ ਹੀ। ਕੁਦਰਤੀ ਗੱਲ ਹੈ, ਜਿਹਦੇ ਨਾਲ ਜਿਹੜੀ ਚੀਜ਼ ਬਣੀ ਹੈ ਉਹਦੀ ਰਿਪੇਅਰ ਵੀ ਉਸੇ ਨਾਲ ਹੀ ਹੋਏਗੀ। ਅੱਛਾ, ਜੇ ਸੋਨਾ ਟੁੱਟ ਜਾਏ ਤੇ ਸੋਨੇ ਨੂੰ ਜੋੜਿਆ ਵੀ ਸੋਨੇ ਨਾਲ ਹੀ ਜਾਏਗਾ, ਭਾਵੇਂ ਅੱਗ ਦੀ ਲੋੜ ਪਵੇ ਸਾਨੂੰ। ਜੇ ਲੋਹਾ ਟੁੱਟੂ, ਆ ਲੋਹੇ ਦੇ ਸੰਗਲ ਟੁੱਟ ਜਾਂਦੇ ਆ, ਆਪਾਂ ਵੈਲਡਿੰਗ ਦੇ ਕਰਨ ਵਾਲੇ ਕੋਲ ਲੈ ਕੇ ਜਾਂਦੇ, ਉਹ ਲੋਹੇ ਨਾਲ ਹੀ ਜੋੜਦਾ। ਮੇਰੀਆਂ ਭੈਣਾਂ ਨੂੰ ਪਤਾ, ਕੋਈ ਕੱਪੜਾ ਫਟ ਜਾਏ ਨਵਾਂ, ਜਿਹਨੂੰ ਰਫੂ ਕਰਦੇ ਹਾਂ ਆਪਾਂ, ਉਸੇ ਕੱਪੜੇ 'ਚੋਂ ਕੱਪੜਾ ਲੈ ਕੇ ਉਹਨੂੰ ਰਫੂ ਕੀਤਾ ਜਾਂਦਾ। ਪਤਾ ਹੁੰਦਾ ਵੀ ਕੱਪੜਾ ਮਹਿੰਗਾ ਹੈ, 200-400 ਰੁਪਏ ਮੀਟਰ ਹੈ, ਵੀ ਬਹੁਤ ਸੋਹਣਾ ਕੱਪੜਾ, ਇਹਨੂੰ ਰਫੂ ਕਰ ਲਓ। ਜੇ ਕੱਪੜੇ ਨੂੰ ਉਸੇ ਕੱਪੜੇ 'ਚੋਂ ਕੱਪੜਾ ਲੈ ਕੇ ਰਫੂ ਕਰਦੇ, ਯਾਨੀ ਕਿ ਜੇ ਮਿੱਟੀ ਦੀ ਕੰਧ ਬਣੀ ਹੈ ਤੇ ਉਹਨੂੰ ਮਿੱਟੀ ਨਾਲ ਹੀ ਰਿਪੇਅਰ ਕਰਨਾ। ਮਨ ਕੀ ਹੈ? ਸ਼ਬਦ। ਤੇ ਇਹਦੀ ਰਿਪੇਅਰ ਵੀ ਸ਼ਬਦ ਨਾਲ ਹੀ ਹੋਣੀ ਹੈ। ਇਸੇ ਕਰਕੇ ਆਖਿਆ ਸੀ, ਗੁਰ ਕੈ ਸ਼ਬਦ ਬਣਾਵੋ ਇਹ ਮਨ। ਜੇ ਸਾਨੂੰ ਕੋਈ ਪੁੱਛੇ ਅਸੀਂ ਗੁਰਦੁਆਰੇ ਕੀ ਲੈਣ ਆਉਂਦੇ ਹਾਂ, ਅਸੀਂ ਆਪਣਾ ਮਨ ਬਣਾਉਣ ਆਉਂਦੇ। ਜਿਵੇਂ ਆਪਾਂ ਨੇ ਕਈ ਵਾਰੀ ਕਹਿੰਦੇ, ਤੂੰ ਜਾਣਾ ਨਹੀਂ ਉੱਧਰ ਨੂੰ, ਨਹੀਂ ਮੇਰਾ ਮਨ ਨਹੀਂ ਕਰਦਾ। ਇਹਦਾ ਮਤਲਬ ਕੀ ਭਲਾ? ਯਾਨੀ ਕਿ ਮੇਰੇ ਵਿਚਾਰ ਨਹੀਂ ਹੈਗੇ। ਹੁਣ ਮੇਰਾ ਮਨ ਕਰ ਆਇਆ ਹੈ, ਮੈਂ ਚੱਲਿਆ ਉੱਧਰ ਨੂੰ, ਤੁਹਾਡੇ ਵਿਚਾਰ ਬਦਲ ਗਏ ਨਾ। ਮੇਰਾ ਨਹੀਂ ਮਨ ਕਰਦਾ, ਮੇਰਾ ਉਹਦੇ ਨਾਲ ਮਨ ਨਹੀਂ ਮਿਲਦਾ ਹੁਣ, ਯਾਨੀ ਕਿ ਮੇਰੇ ਹੁਣ ਉਹਦੇ ਨਾਲ ਵਿਚਾਰ। ਸਾਧ ਸੰਗਤ ਜੀ ਧਿਆਨ ਨਾਲ ਸੁਣਿਓ, ਪਤੀ ਪਤਨੀ ਲਾਵਾਂ ਹੋ ਜਾਣ, ਇਹ ਲਾਵਾਂ ਹੋਣੀਆਂ ਹੀ ਪਤੀ ਪਤਨੀ ਨਹੀਂ। ਏਕ ਜੋਤ, ਵਿਚਾਰ ਮਿਲਣੇ ਬਹੁਤ ਜ਼ਰੂਰੀ ਹੈ। ਜੇ ਵਿਚਾਰ ਨਾ ਮਿਲਦੇ ਹੋਣ, ਕੋਠੀਆਂ ਭਾਵੇਂ 5 ਦੀਆਂ 10 ਹੋਣ, ਜਿੰਨਾ ਮਰਜ਼ੀ ਘਰ ਦੇ ਵਿੱਚ ਪੈਸਾ, ਸੋਨਾ, ਹੀਰੇ ਜਵਾਹਰਾਤ ਹੋਣ, ਜੇ ਵਿਚਾਰ ਨਾ ਮਿਲਦੇ ਹੋਣ ਤੇ ਕਈ ਵਾਰੀ ਔਰਤ ਅੱਕੀ ਇਹ ਗੱਲ ਕਹਿ ਦਿੰਦੀ ਹੈ, ਇਹਦੇ ਨਾਲੋਂ ਮੇਰਾ ਮਾਂ ਬਾਪ ਕਿਸੇ ਦਿਹਾੜੀ ਕਰਨ ਵਾਲੇ ਦੇ ਲੜ ਲਾ ਦਿੰਦਾ।
ਸਵੇਰੇ ਕਮਾ ਕੇ ਸ਼ਾਮੀ ਮੈਨੂੰ ਲਿਆ ਕੇ, ਕਮ ਸੇ ਕਮ ਅਸੀਂ ਦੁੱਖ ਸੁੱਖ ਤੇ ਫੋਲਦੇ। ਸਾਨੂੰ ਕਈ ਵਾਰੀ ਲੱਗਦਾ ਉਹ ਕਿੱਡੀ ਵੱਡੀ ਕੋਠੀ ਹੈ, ਕਿੱਦਾਂ ਲੜੀਆਂ ਜਗਮਗ ਜਗਮਗ ਕਰਦੀਆਂ, ਕਿੱਦਾਂ ਘਰ 'ਚ ਚਾਨਣ ਹੈ, ਅਤੇ ਜਿਹੜੇ ਵਿੱਚ ਰਹਿਣ ਵਾਲੇ ਉਹ ਕਹਿੰਦੇ ਇਹ ਲੜੀਆਂ ਤੁਸੀਂ ਲੈ ਲਓ। ਅਸੀਂ ਇਹਨਾਂ ਲੜੀਆਂ ਨੂੰ ਕੀ ਕਰਨਾ ਬਈ? ਏਕ ਜੋਤ ਧਨ ਫਿਰ ਇਹਨਾਂ ਆਖੀਆਂ ਬਹਿਣ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਫਿਰ ਕਹੀਐ ਸੋਏ। ਏਕ ਜੋਤ ਦਾ ਅਰਥ ਹੈ ਵਿਚਾਰ ਇੱਕ ਹੋਣੇ ਬਹੁਤ ਜ਼ਰੂਰੀ ਨੇ, ਜਿਹੜੇ ਅੱਜ ਨਹੀਂ ਹੈਗੇ। ਇਹ ਵਿਚਾਰ ਹੋਣੇ ਬਹੁਤ ਜ਼ਰੂਰੀ। ਇਹ ਤੋਂ ਪਤਾ ਲੱਗਦਾ ਕਿ ਇਤਿਹਾਸਕ ਘਟਨਾਵਾਂ ਸਾਨੂੰ ਅੰਦਰੋਂ ਕਾਇਮ ਕਰਦੀਆਂ ਨੇ, ਸਾਨੂੰ ਅੰਦਰੋਂ ਤਿਆਰ ਕਰਦੀਆਂ ਨੇ। ਹਰ ਸਾਲ ਆਪਾਂ ਸੁਣਦੇ ਹਾਂ ਸਾਹਿਬਜ਼ਾਦੇ ਨੀਹਾਂ ਚਿਣੇ ਗਏ, ਉਹ ਮੈਦਾਨ ਜੰਗ ਵਿੱਚ ਲੜ ਕੇ ਸ਼ਹੀਦ ਹੋਏ। ਸਵਾਲ ਇਹ ਪੈਦਾ ਹੁੰਦਾ ਉਹਦੇ 'ਚੋਂ ਮੈਂ ਸਿੱਖਿਆ ਕੀ, ਮੈਂ ਆਪਣੇ ਪੱਲੇ ਕੀ ਬੱਧਾ? ਸਵਾਲ ਇਹ ਹੈ। ਉਹ ਤਾਂ ਕਰ ਗਏ ਕੁਰਬਾਨੀ, ਉਹ ਤੇ ਮਹਾਨ ਕੁਰਬਾਨੀਆਂ ਕਰ ਗਏ। ਵੇਖਿਆ ਇਹ ਜਾਣਾ ਵੀ ਅਸੀਂ ਕੀ ਕੀਤਾ ਹੈ, ਅਸੀਂ ਉਹਨਾਂ ਘਟਨਾਵਾਂ 'ਚੋਂ ਕੀ ਸਿੱਖਿਆ। ਜੇ ਮੈਂ ਵਾਰਸ ਹੋਵਾਂ ਬਾਬਾ ਫਤਿਹ ਸਿੰਘ ਦਾ, ਵਾਰਸ ਹੋਵਾਂ ਬਾਬਾ ਜ਼ੋਰਾਵਰ ਸਿੰਘ ਦਾ, ਅਤੇ ਵੀਰਵਾਰ ਹੱਥ ਵਿੱਚ ਫੜੀ ਹੋਵੇ ਤੇਲ ਵਾਲੀ ਸੀਸੀ, ਅਤੇ ਮੈਂ ਕਿਸੇ ਕਬਰ 'ਤੇ ਕਿਸੇ ਮੱਠੀ 'ਤੇ ਦੀਵਾ ਜਗਾਉਣ ਜਾਂਦਾ ਹੋਵਾਂ, ਇਮਾਨਦਾਰੀ ਨਾਲ ਜਵਾਬ ਦਿਓ, ਮੈਨੂੰ ਵਾਰਸ ਅਖਵਾਉਣ ਦਾ ਹੱਕ ਹੈ? ਹੋਵਾਂ ਮੈਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦਾ ਵਾਰਸ, ਅਤੇ ਦੇਹਧਾਰੀ ਬਾਬੇ ਨੂੰ ਉੱਚੇ ਥਾਂ 'ਤੇ ਬਿਠਾ ਕੇ ਅਤੇ ਉਹਦੇ ਪੈਰਾਂ ਵਿੱਚ ਆਪ ਬੈਠਾ ਹੋਵਾਂ, ਕੀ ਮੈਨੂੰ ਬਾਬਾ ਫਤਿਹ ਸਿੰਘ ਦਾ ਪੈਰੋਕਾਰ ਅਖਵਾਉਣ ਦਾ ਹੱਕ ਹੈ ਕਿ ਮੈਂ ਉਹਨਾਂ ਦੇ ਪਾਏ ਹੋਏ ਪੂਰਨਿਆਂ 'ਤੇ ਤੁਰ ਰਿਹਾ ਹਾਂ? ਆਹ ਹੁਣ 22 ਦੀਆਂ ਇਲੈਕਸ਼ਨਾਂ ਹੋਣੀਆਂ ਨੇ, ਹੁਣ ਤੋਂ ਤਿਆਰੀ ਸ਼ੁਰੂ ਹੋ ਗਈ ਹੈ ਕਿ ਅੱਜ ਸਾਡੇ ਵਿੱਚ ਇਹ ਅਣਖ ਗੈਰਤ ਸਵੈਮਾਨ ਹੈ। ਅਸੀਂ ਕੋਈ ਚੰਗੀ ਲੀਡਰਸ਼ਿਪ, ਕੋਈ ਚੰਗਾ ਨੇਤਾ, ਜੇ ਫਿਰ ਸ਼ਰਾਬ ਦੀਆਂ ਬੋਤਲਾਂ 'ਤੇ ਫਿਰ ਅਸੀਂ ਲੀਡਰਾਂ ਦੇ ਪੈਰਾਂ ਵਿੱਚ ਜਾ ਕੇ ਬਹਿਣਾ, ਕਿੱਥੇ ਉਹਨਾਂ ਦਾ ਮਹਾਨ ਇਤਿਹਾਸ ਅਤੇ ਕਿੱਥੇ ਅਸੀਂ ਝੰਡੀਆਂ। ਆ ਹੁਣ ਫਤਿਹਗੜ੍ਹ ਸਾਹਿਬ ਦੇ ਦਿਨ ਚੱਲ ਰਹੇ ਨੇ ਨਾ, ਕੋਈ ਟਾਵਾਂ ਹੋਏਗਾ ਜਿਹਨੂੰ ਸਾਹਿਬਜ਼ਾਦਿਆਂ ਬਾਰੇ ਪਤਾ ਹੋਏਗਾ। ਅੱਜ ਕੱਲ੍ਹ ਤਾਂ ਨਾ ਵਟਸਐਪ 'ਤੇ ਸਾਹਿਬਜ਼ਾਦਿਆਂ ਦੀ ਫੋਟੋ ਭੇਜ ਕੇ ਹੀ ਕਹਿੰਦੇ ਨੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨ ਚੱਲ ਰਹੇ ਨੇ। 2 ਅੱਖਰ ਨਹੀਂ ਲਿਖ ਪਾ ਸਕਦੇ ਕਿ ਸਾਹਿਬਜ਼ਾਦਿਆਂ ਨੇ ਕੁਰਬਾਨੀਆਂ ਕਿਹੜੀਆਂ ਕੀਤੀਆਂ। 25 ਦਸੰਬਰ ਨੂੰ ਕ੍ਰਿਸਮਸ ਡੇ ਆਉਂਦਾ, ਕਿੱਦਾਂ ਬੱਚੇ ਤਿਆਰ ਕਰਕੇ ਸਕੂਲਾਂ 'ਚ ਭੇਜਦੇ ਆ। ਬਾਹਰਲਿਆਂ ਦੇਸ਼ਾਂ ਸਾਡਿਆਂ ਪੰਜਾਬੀਆਂ ਨੂੰ ਉਹ ਮੈਸੇਜ ਕਰਦੇ, ਸਾਡੇ ਪੰਜਾਬੀ ਉਹਨਾਂ ਨੂੰ ਕਰਦੇ। ਕਰੋ, ਚਲੋ ਤੁਸੀਂ ਉਸ ਕਲਚਰ 'ਚ ਰਹਿੰਦੇ ਹੋ, ਤੁਸੀਂ ਉਸ ਮਾਹੌਲ 'ਚ ਰਹਿੰਦੇ ਹੋ, ਤੁਹਾਡੇ ਨਾਲ ਉਹਦੀ ਕੋਈ ਸਾਂਝ ਹੈ, ਮੈਂ ਤੋਂ ਮਨਾ ਨਹੀਂ ਕਰਦਾ। ਪਰ ਜੇ ਤੁਸੀਂ ਵੀ 6 ਪੋਹ 22 ਦਸੰਬਰ ਤੋਂ ਲੈ ਕੇ 27 28 ਦਸੰਬਰ ਦਾ ਇਤਿਹਾਸ ਲਿਖ ਕੇ 5-7 ਲਾਈਨਾਂ 'ਚ ਇੰਗਲਿਸ਼ ਵਿੱਚ ਉਹਨਾਂ ਨੂੰ ਅੱਗੇੋਂ ਮੈਸੇਜ ਕਰ ਦਿਓ ਕਿ ਉਹ ਪੜ੍ਹਨਗੇ ਨਹੀਂ, ਉਹ ਯਾਦ ਨਹੀਂ ਕਰਨਗੇ ਵੀ ਤੁਹਾਡੀ ਕੌਮ 'ਚ ਏਡੇ ਮਹਾਨ ਯੋਧੇ ਹੋਏ ਆ। ਪਰ ਗੱਲ ਫਿਰ ਉਹੀ ਆ, ਅਗਲਿਆਂ ਨੇ ਆਪਣਾ ਲੋਹਾ ਵੀ ਵੇਚ ਲਿਆ, ਸਾਨੂੰ ਆਪਣਾ ਸੋਨਾ ਵੀ ਦੁਨੀਆ ਅੱਗੇ ਰੱਖਣਾ ਨਾ ਆਇਆ। ਸਾਨੂੰ ਤਾਂ ਆਪਣਾ ਸੋਨਾ, ਕਿੱਡਾ ਕੀਮਤੀ ਇਤਿਹਾਸ ਹੈ ਸਾਡਾ, ਦੱਸ ਪਾਏ ਆ ਜੀ। ਇੱਕ ਗੱਲ ਪੱਕੀ ਆ, ਜਿੱਦਣ ਸਾਡੇ ਬੱਚਿਆਂ ਨੂੰ ਬਾਹਰੋਂ ਕਿਸੇ ਨੇ ਦੱਸ ਦਿੱਤਾ ਨਾ ਕਿ ਤੁਹਾਡੇ ਘਰ ਵਿੱਚ ਏਡੇ ਯੋਧੇ ਪੈਦਾ ਹੋਏ ਸੀ ਜਿਨ੍ਹਾਂ 7 ਤੇ 9 ਸਾਲ ਦੀ ਉਮਰ 'ਚ ਸੂਬੇ ਸਰਹੰਦ ਦੀ ਕਚਹਿਰੀ 'ਚ ਬਾਕਮਾਲ ਸਵਾਲ ਜਵਾਬ ਕੀਤੇ ਸੀ, ਉਦੋਂ ਸਾਡੇ ਬੱਚੇ ਪੱਕੀ ਗੱਲ ਹੈ ਸਾਨੂੰ ਲਾਹਣਤਾਂ ਪਾਉਣਗੇ। ਉਹ ਜ਼ਮੀਨ 2 ਕਿੱਲੇ ਘੱਟ ਦੇ ਜਾਂਦਾ, ਕੋਠੀ ਵੱਡੀ ਦੀ ਜਗ੍ਹਾ ਛੋਟੀ ਦੇ ਜਾਂਦਾ, ਕਾਰੋਬਾਰ ਵੱਡੇ ਦੀ ਜਗ੍ਹਾ ਮੈਨੂੰ ਛੋਟਾ ਦੇ ਜਾਂਦਾ। ਪਰ ਮੇਰੇ ਬਾਪ, ਮੇਰੀ ਮਾਂ, ਮੇਰੀ ਇਹ ਦਾਦੀਏ ਮਰਨ ਤੋਂ ਪਹਿਲਾਂ ਕਮ ਸੇ ਕਮ ਮੈਨੂੰ ਆਪਣੇ ਇਤਿਹਾਸ ਬਾਰੇ ਤਾਂ ਦੱਸ ਜਾਂਦੀ। ਇਹ ਕਿਹਨੇ ਦੱਸਣਾ ਜੀ? ਇਹ ਕਿਹਦੀ ਜ਼ਿੰਮੇਵਾਰੀ ਹੈ? ਬੋਲੋ ਸਾਧ ਸੰਗਤ, ਮਾਂ ਬਾਪ ਦੀ। ਜਦੋਂ ਘਰ 'ਚ ਅਸੀਂ ਨਾਂ ਲੈਣਾ ਹੀ ਨਹੀਂ। ਮੈਨੂੰ ਅੱਜ ਵੀ ਯਾਦ ਹੈ, ਟੋਰਾਂਟੋ ਦੀ ਗੱਲ ਹੈ, ਉੱਥੇ ਡਿਕਸੀ ਗੁਰਦੁਆਰੇ ਦੀਵਾਨ ਚੱਲ ਰਿਹਾ ਸੀ, ਅਤੇ ਉੱਥੇ ਇੱਕ ਬਾਬਾ ਜਿਹਦੇ ਕਾਫੀ ਪੈਰੋਕਾਰ ਰਹਿੰਦੇ ਨੇ, ਆਹ ਸੁਣ ਲੈਣੀ ਉਹਨਾਂ ਨੇ ਇਹ ਕਥਾ, ਉਹਨਾਂ ਨੇ ਵੀ, ਇਹ ਮੈਂ ਕਈ ਵਾਰ ਅੱਗੇ ਵੀ ਗੱਲ ਕੀਤੀ ਹੈ, ਅਤੇ ਉਹ ਮਾਣ ਨਾਲ ਗੱਲ ਦੱਸਣ। ਉਹ ਕਹਿੰਦੇ ਜੀ ਸਾਡੇ ਇੱਥੋਂ ਬਾਬਾ ਜੀ ਪੰਜਾਬ ਸੰਗਤ ਲੈ ਕੇ ਜਾਂਦੇ ਆ, ਯਾਨੀ ਕਿ ਬਾਬਾ ਦੇ ਪੰਜਾਬ 'ਚ ਸੰਗਤ ਉੱਥੋਂ ਆਉਂਦੀ ਹੈ, ਸਮਝ ਤੁਸੀਂ ਵੀ ਜਾਣੀ ਹੈ ਗੱਲ ਅੱਧੀ ਅੱਧੀ। ਉਹ ਉੱਥੋਂ ਸਪੈਸ਼ਲ ਪਲੇਨ ਆਉਂਦਾ ਕੈਨੇਡਾ ਤੋਂ, ਦਿੱਲੀ ਏਅਰਪੋਰਟ 'ਤੇ ਉਤਰਦਾ, ਅੱਗਿਓਂ ਬਾਬਿਆਂ ਦੀਆਂ ਬੱਸਾਂ ਜਾਂਦੀਆਂ, ਉੱਥੋਂ ਏਅਰਪੋਰਟ ਤੋਂ ਲੈ ਕੇ ਸਿੱਧੀਆਂ ਬੱਸਾਂ ਡੇਰੇ ਜਾਂਦੀਆਂ।
ਇੱਕ ਇੱਕ ਮਹੀਨਾ ਉਹ ਡੇਰੇ ਰਹਿੰਦੇ ਆ, ਡੇਢ ਡੇਢ ਮਹੀਨਾ ਡੇਰੇ ਰਹਿੰਦੇ ਆ। ਉੱਥੇ ਬਹੁਤ ਵਧੀਆ ਉਹਨਾਂ ਦੇ ਘਰ ਬਣੇ ਹੋਏ ਆ ਅਤੇ ਬਣਾਏ ਵੀ ਵਿਦੇਸ਼ੀਆਂ ਨੇ ਆ। ਮਹੀਨਾ ਮਹੀਨਾ, ਡੇਢ ਡੇਢ, ਦੋ ਦੋ ਮਹੀਨੇ ਡੇਰੇ ਸੇਵਾ ਕਰਕੇ ਤੇ ਫਿਰ ਉੱਥੋਂ ਬੱਸਾਂ 'ਚ ਬਹਿ ਕੇ ਫਿਰ ਦਿੱਲੀ ਏਅਰਪੋਰਟ ਤੋਂ ਫਿਰ ਵਾਪਸ ਆਪੋ ਆਪਣੇ ਘਰਾਂ ਨੂੰ ਪਰਤ ਜਾਂਦੇ ਨੇ। ਉਹ ਮੈਨੂੰ ਮਾਣ ਨਾਲ ਦੱਸਣ, ਦਿਨ ਵੇਲੇ ਉਹਨਾਂ ਦੱਸਿਆ, ਮੇਰੇ ਕੋਲ ਰਿਹਾ ਨਹੀਂ ਗਿਆ। ਫਿਰ ਮੈਂ ਰਾਤ ਦੇ ਦੀਵਾਨ 'ਚ ਗੱਲ ਕਹੀ, ਮੈਂ ਕਿਹਾ ਜੀ ਡੇਰੇ ਤੋਂ ਬਿਨਾਂ ਹੋਰ ਕਿਤੇ ਨਹੀਂ ਜਾਂਦੇ ਤੁਸੀਂ? ਕਿਤੇ ਨਹੀਂ, ਡੇਰੇ 'ਚੋਂ ਹੀ ਮੁੜ ਆਈਦਾ ਵਾਪਸ, ਕਿਉਂਕਿ ਮਹੀਨਾ ਡੇਢ ਦੋ ਮਹੀਨੇ ਅਸੀਂ ਇੱਥੇ ਛੁੱਟੀਆਂ ਲਈਆਂ ਹੁੰਦੀਆਂ। ਉੱਥੇ ਜਾਈਦਾ, ਸੇਵਾ ਕਰੀਦੀ ਆ, ਪਾਠ ਕਰੀਦੇ ਆ, ਸਿੱਧੀਆਂ ਬਾਬਿਆਂ ਦੀਆਂ ਬੱਸਾਂ ਆਉਂਦੀਆਂ, ਉੱਥੋਂ ਵਾਪਸ ਮੁੜ ਆਈਦਾ। ਮੈਂ ਕਿਹਾ ਫਿਰ ਜਦੋਂ ਫਤਿਹਗੜ੍ਹ ਸਾਹਿਬ ਲਾਗੋਂ ਬੱਸ ਲੰਘਦੀ ਹੋਣੀ ਆ, ਬਾਬਾ ਫਤਿਹ ਸਿੰਘ ਗੁਰੂ ਗੋਬਿੰਦ ਸਿੰਘ ਨੂੰ ਇੱਕ ਗੱਲ ਤੇ ਪੱਕਾ ਕਹਿੰਦੇ ਹੋਣੇ ਆ ਕਿ ਮਹਾਰਾਜ ਇਹਨਾਂ ਤੋਂ ਮੈਨੂੰ ਵਾਰ ਕੇ ਗਿਆ, ਇਹਨਾਂ ਦੇ ਬਦਲੇ ਸਾਡਾ ਸੰਸਕਾਰ ਵੀ ਨਹੀਂ ਉਹ ਕੀਤਾ। ਮੈਂ ਕਿਹਾ ਪੱਕੀ ਗੱਲ ਹੈ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਗੁਰੂ ਗੋਬਿੰਦ ਸਿੰਘ ਨੂੰ ਇੱਕ ਗੱਲ ਤਾਂ ਪੱਕਾ ਕਹਿੰਦੇ ਹੋਣਗੇ ਵੀ ਇਹਨਾਂ ਬਦਲੇ, ਜਿਹੜੇ ਅੱਜ ਡੇਰਿਆਂ ਦੀ ਖਾਕ ਛਾਣਦੇ ਫਿਰਦੇ ਨੇ, ਜਿਹੜੇ ਅੱਜ ਦੇਹਧਾਰੀ ਬਾਬਿਆਂ ਦੀਆਂ ਪਰਿਕਰਮਾ ਕਰਦੇ ਫਿਰਦੇ ਨੇ। ਮੈਂ ਕਿਹਾ ਤੁਹਾਡੇ ਨਾਲੋਂ ਤਾਂ ਅੱਲਾ ਯਾਰ ਖਾਂ ਜੋਗੀ ਚੰਗਾ, ਜਿਹਨੇ ਆਖਿਆ ਏਕ ਹਿੰਦ ਮੈਂ ਤੀਰਥ ਹੈ। ਉਹਨੂੰ ਕਿਸੇ ਨੇ ਪੈਸੇ ਦਿੱਤੇ ਸੀ ਇਹ ਗੱਲ ਲਿਖਾਉਣ ਲਈ? ਪ੍ਰਾਤਮਾ ਪਵਿੱਤਰ ਸੀ ਉਹਦੀ। ਕਹਿੰਦਾ ਪੂਰੇ ਭਾਰਤ ਵਿੱਚੋਂ ਜੇ ਕੋਈ ਸਿਰ ਝੁਕਾਉਣ ਤੀਰਥ ਸਥਾਨ ਨਾ, ਇੱਕ ਬੰਨੇ ਬਾਣੀਆਂ ਦੀ ਨਹਾਵਣ ਕੋ ਤੀਰਥ ਘਣੇ, ਨਹਾਉਣ ਲਈ ਤੀਰਥ ਸਥਾਨ ਬਹੁਤ ਹੈ, ਪੂਜਣ ਕੋ ਬਹੁਤ ਦੇਵ, ਪੂਜਣ ਲਈ ਕਿਤੇ ਦੇਵੀ ਦੇਵਤੇ ਘੱਟ ਨੇ, ਜਦੋਂ ਨੂੰ ਮਰਜ਼ੀ ਮੂੰਹ ਕਰੋ ਉੱਧਰ ਹੀ ਦੇਵੀ ਦੇਵਤਾ ਕੋਈ ਨਾ ਕੋਈ ਬੈਠਾ ਹੈ। ਨਹਾਉਣ ਨੂੰ ਤੀਰਥ ਸਥਾਨ ਘੱਟ ਨੇ? ਇਤਿਹਾਸਕ ਤੀਰਥ ਸਥਾਨਾਂ ਤੋਂ ਬਿਨਾਂ ਕਿੰਨੇ ਲੋਕਾਂ ਨੇ ਆਪਣੇ ਆਪਣੇ ਡੇਰਿਆਂ 'ਚ ਬੱਚੇ ਬਣਾਏ ਹੋਏ ਨੇ, ਜਿੱਥੇ ਮਰਜ਼ੀ ਚੁੱਭੀ ਮਾਰ ਕੇ ਇਸ਼ਨਾਨ ਕਰ ਲਓ। ਨਹਾਵਣ ਕੋ ਤੀਰਥ ਘਨੇ, ਮਨ ਬੌਰਾ ਰੇ, ਪੂਜਣ ਕੋ ਬਹੁ ਦੇਵ, ਪੂਜਣ ਲਈ ਕਿਤੇ ਦੇਵੀ ਦੇਵਤੇ ਥੋੜੇ ਨੇ। ਪਰ ਅੱਲਾ ਯਾਰਖਾਂ ਜੋਗੀ ਕਹਿੰਦਾ ਏਕ ਹਿੰਦ ਮੈਂ ਤੀਰਥ ਹੈ। ਬੋਲੋ ਸਾਰੇ, ਯਾਤਰਾ ਕੇ लिए। ਮੈਂ ਕਿਹਾ ਕਦੀ ਸੁਣੀਆਂ ਪੰਕਤੀਆਂ ਤੁਸੀਂ? ਮੈਂ ਕਿਹਾ ਕਦੀ ਡੇਰਿਆਂ 'ਚੋਂ ਤੁਹਾਨੂੰ ਇਹ ਪੰਕਤੀਆਂ ਕੋ ਸੁਣਾਊ? ਅਗਲਿਆਂ ਨੂੰ ਪਤਾ ਹੈ ਜਿੱਦਣ ਇਹ ਪੰਕਤੀਆਂ ਅਸੀਂ ਸੁਣਾਤੀਆਂ, ਸਾਡਿਆਂ ਡੇਰਿਆਂ ਦੀਆਂ ਰੌਣਕਾਂ ਘੱਟ ਜਾਣੀਆਂ ਤੇ ਫਤਿਹਗੜ੍ਹ ਸਾਹਿਬ ਦੀਆਂ ਰੌਣਕਾਂ ਵੱਧ ਜਾਣੀਆਂ। ਦੱਸਿਓ ਜੇ ਮੈਂ ਗਲਤ ਹੋਇਆ ਤੇ ਗੱਡੀ 'ਚ ਬਹਿਣ ਤੋਂ ਪਹਿਲਾਂ ਮੇਰਾ ਗੁੱਟ ਫੜ ਲਿਓ, ਘੁੱਟ ਕੇ ਦੱਸ ਵੀ ਸੁਣਾ ਕੇ ਜਾ ਤੂੰ ਗਲਤ ਬੋਲਿਆ। ਅੱਜ ਹੋਇਆ ਕਿ ਨਹੀਂ ਹੋਇਆ? ਬੋਲੋ ਮੇਰੀਓ ਭੈਣੋ। ਡਰ ਪਾਇਆ ਸਾਨੂੰ, ਸਾਡੇ ਮੂੰਹਾਂ ਨੂੰ ਲੋਕ ਲਾਤੇ ਆ, ਸਾਨੂੰ ਧਾਰਮਿਕ ਤੌਰ 'ਤੇ ਇਮੋਸ਼ਨਲ ਬਲੈਕਮੇਲ ਕਰਕੇ ਲੁੱਟਿਆ ਗਿਆ ਹੈ। ਸਾਨੂੰ ਇੱਦਾਂ ਕਮਲੇ ਜਿਹੇ ਕਰਕੇ ਛੱਡ ਦਿੱਤਾ ਹੈ, ਨਾ ਇੱਧਰ ਜੋਗੇ ਨਾ ਉੱਧਰ ਜੋਗੇ। ਕੋਈ ਡੇਰੇਦਾਰ ਇਹ ਪੰਕਤੀਆਂ ਕਿਉਂ ਸੁਣਾਊ? ਉਹਨੇ ਕਹਿਣਾ ਜੇ ਕਿਤੇ ਇਹਨਾਂ ਨੂੰ ਅਰਥ ਸਮਝ ਆ ਗਏ, ਇਹਨਾਂ ਨੇ ਤਾਂ ਫਤਿਹਗੜ੍ਹ ਸਾਹਿਬ ਚਮਕੌਰ ਸਾਹਿਬ ਵੱਲ ਨੂੰ ਜਾਣ ਲੱਗ ਪੈਣਾ, ਫਿਰ ਸਾਡੇ ਡੇਰੇ ਮੱਸਿਆ ਪੁੰਨਿਆ ਤੇ ਮੱਥੇ ਟੇਕਣ ਕੌਣ ਆਊ? ਉਹ ਤਾਂ ਡੇਰੇ ਚੱਲਦੇ ਇਸ ਕਰਕੇ ਇੱਥੇ ਮੱਸਿਆ ਲੱਗਦੀ। ਬੋਲੋ ਭਾਈ, ਇੱਥੇ ਪੁੰਨਿਆ ਲੱਗਦੀ। ਇੱਥੇ ਮੱਸਿਆ ਦੇ ਇੰਨੇ ਇਸ਼ਨਾਨ ਕਰੋ, ਇੱਥੇ ਪੁੰਨਿਆ ਦੇ ਇੰਨੇ ਇਸ਼ਨਾਨ ਕਰੋ, ਇੱਥੇ ਸੰਗਰਾਂਦ 'ਤੇ ਆਓ, ਇੱਥੋਂ ਦੁੱਧ ਮਿਲਦਾ ਤੇ ਇੱਥੋਂ ਪੁੱਤ ਮਿਲਦਾ। ਮੈਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦਾ। ਜਦੋਂ ਮੈਂ ਆਣ ਕੇ ਤੁਹਾਡਾ ਪੋਸਟਰ ਪੜ੍ਹਿਆ ਨਾ, ਸੱਚੀ ਗੱਲ ਕਹਿਣਾ, ਮਨ ਖੁਸ਼ ਹੋਇਆ ਇੱਕ ਪੱਖੋਂ 'ਤੇ ਵੀ ਸ਼ੁਕਰ ਹੈ ਕਿਤੇ ਪਿੰਡਾਂ ਦੀਆਂ ਕਮੇਟੀਆਂ, ਪਿੰਡਾਂ ਦੇ ਵੀਰ ਇੱਦਾਂ ਜਾਗੇ ਅਤੇ ਰਲ ਕੇ ਅਸੀਂ ਆਪਣੇ ਗੁਰੂ ਦੇ ਸਾਹਿਬਜ਼ਾਦਿਆਂ ਨੂੰ, ਮਹਾਨ ਸਿੱਖਾਂ ਨੂੰ ਯਾਦ ਕਰ ਲਈ, ਉਪਰਾਲੇ ਕਰ। ਜੇ ਪਿੰਡੋਂ ਪਿੰਡੇ ਲਹਿਰ ਸ਼ੁਰੂ ਹੋ ਜਾਏ ਤਾਂ ਮਾਫ਼ ਕਰਨਾ, ਅਸੀਂ ਕਿਸੇ ਡੇਰੇ ਕਿਉਂ ਜਾਵਾਂਗੇ, ਸਾਡਾ ਤਾਂ ਘਰੇ ਘਰ ਪੂਰਾ ਹੋਣ ਲੱਗ ਪਿਆ। ਸਾਚੇ ਸਾਹਿਬਾ ਕਿਆ ਨਹੀਂ ਰੇ ਜੀ ਨਲਾਜ, ਲਾਜ ਤੋਏ ਨਹੀਂ। ਹੇ ਨਲੱਜ ਜੀਵ, ਤੈਨੂੰ ਲਾਜ ਨਹੀਂ ਆਉਂਦੀ? ਹਰ ਤਜ ਕਤ ਕਾਹੂ ਕੇ ਜਾਹੀਂ, ਜਾਂ ਕੋ ਠਾਕੁਰ ਉੱਚਾ ਹੋਈ, ਸੋ ਜਨ ਪਰ ਕਰ ਜਾਤ ਨ ਸੋਹੀ। ਪੁੱਤ ਜਾ ਕੇ ਕਿਸੇ ਹੋਰ ਦੇ ਘਰੋਂ ਚੀਜ਼ ਮੰਗੇ ਜਾ ਕੇ, ਤੇ ਪਿਓ ਕੀ ਆਂਦਾ? ਉਹ ਤੂੰ ਮੇਰੀ ਨੱਕ ਕਟਾਤੀ, ਤੈਨੂੰ ਸ਼ਰਮ ਨਾ ਆਈ? ਤੂੰ ਮੇਰਾ ਪੁੱਤ ਹੋ ਕਿਸੇ ਹੋਰ ਕੋਲੋਂ ਵਸਤੂਆਂ ਮੰਗੀ ਜਾਣਾ। ਹੋਵੇਂ ਪੁੱਤ ਗੁਰੂ ਗੋਬਿੰਦ ਸਿੰਘ ਦਾ, ਹੋਵੇਂ ਪੁੱਤ ਤੂੰ ਗੁਰੂ ਦਾ। ਇੱਦਾਂ ਜਾ ਕੇ ਬਾਬਿਆਂ ਕੇ ਝੋਲੀਆਂ ਅੜਦੇ, ਕਈ ਨਹੀਂ ਅੜਦੇ? ਬੋਲੋ ਜੀ ਸਾਧ ਸੰਗਤ ਜੀ, ਇੱਦਾਂ ਬਾਬਿਆਂ ਕੇ ਝੋਲੀਆਂ ਅੜਦੇ। ਬਾਬਾ ਜੀ ਕੁਝ ਖੈਰ ਪਾ ਦਿਓ ਜੀ,
ਬਾਣੀਆਂ ਦੀ ਦੱਦਾ ਦਾਤਾ ਏਕ ਹੈ ਗੁਰਾ ਇੱਕ ਦੇ ਬੁਝਾਈ ਅੱਗੇ ਸੋ ਮੈਂ ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ। ਕਿਤੇ ਬਾਣੀ ਦੋ ਦਾਤੇ ਲਿਖੇ ਆ ਤੇ ਫਿਰ ਜਦੋਂ ਦੋ ਦਾਤੇ ਲਿਖੇ ਨਹੀਂ ਫਿਰ ਆਪਾਂ ਉੱਥੇ ਲੈਣ ਕੀ ਜਾਂਦੇ ਆ ਬਈ। ਅੱਛਾ ਸੁਣ ਲਿਓ ਇੱਕ ਵਾਕ ਹੋਰ ਗੁਰੂ ਪੰਜਵੇਂ ਪਾਤਸ਼ਾਹ ਧਨਾਸਰੀ ਰਾਗ ਦਾ ਸ਼ਬਦ ਹੈ, ਜੇ ਮੈਂ ਭੁੱਲਦਾ ਨਹੀਂ 667-68 ਅੰਕ ਤੇ ਹੈ, ਮੁੱਖ ਵਾਕ ਹੈ। ਜਿਸ ਕਾ ਤਨ ਮਨ ਧਨ ਸਭ ਤਿਸਕਾ ਸੋਈ ਸੁਘਾੜ ਸੁਜਾਨੀ ਤਿਨ ਹੀ ਸੁਣਿਆ ਦੁੱਖ ਸੁਖ ਮੇਰਾ ਤਉ ਬਿਦ ਨੀਕੀ ਖਟਾਨੀ। ਅਗਲਾ ਵਾਕ ਸੁਣਿਓ, ਜੀ ਕੀ ਏਕੇ ਹੀ ਪੈਮਾਨੀ। ਇਸ ਜੀ ਦੀ ਇਸ ਜਿੰਦ ਦੀ ਇੱਕ ਕੋਲ ਹੀ ਮੰਨੀ ਜਾਣੀ ਹੈ, ਕਬੂਲ ਇੱਕ ਥਾਂ ਤੇ ਹੋਣੀ ਆ। ਅਵਰ ਯਤਨ ਕਰ ਰਹੇ ਬਹੁਤ ਤੇਰੇ, ਜਿਹੜੇ ਤੂੰ ਬਾਕੀ ਯਤਨ ਕਰ ਰਿਹਾ ਨਾ ਤਿੰਨ ਤਿਲ ਨਹੀਂ ਕੀਮਤ ਜਾਨੀ। ਕਿਉਂ ਸਾਧ ਸੰਗਤ ਤਿਲ ਕਿੰਨਾ ਕੁ ਹੁੰਦਾ ਜੀ ਭਲਾ? ਇੱਦਾਂ ਚੁਟਕੀ ਭਰੀਏ ਕਿੰਨੇ ਕੁ ਦਾਣੇ ਤਿਲਾਂ ਦੇ ਆ ਜਾਂਦੇ ਭਲਾ ਚੁਟਕੀ 'ਚ? ਕਿੰਨੇ ਦਾਣੇ ਚੁਟਕੀ ਦੇ ਵਿੱਚ ਇੱਦਾਂ ਤੁਸੀਂ ਲਾਓ ਕਿੰਨੇ ਦਾਣੇ ਆ ਜਾਣਗੇ। ਤਿਲ ਕਿੰਨਾ ਬਰੀਕ ਹੁੰਦਾ ਹੈ। ਕਹਿੰਦੇ ਤਿਲ ਜਿੰਨੀ ਵੀ ਵੈਲਿਊ ਨਹੀਂ ਹੈ ਜੇ ਤੂੰ ਆਪਣੇ ਗੁਰੂ ਨੂੰ ਛੱਡ ਕੇ ਪਾਸੇ ਜਾਣ। ਮੈਂ ਕਹਿੰਦਾ ਤਿਲ ਜਿੰਨੀ ਵੀ ਵੈਲਿਊ ਹੁੰਦੀ ਨਾ ਫੇਰ ਵੀ ਜਾਣ ਵਿੱਚ ਕੋਈ ਹਰਜ ਨਹੀਂ ਸੀ। ਇੱਥੇ ਕਹਿੰਦਾ ਤਿੰਨ ਤਿਲ ਨਹੀਂ ਕੀਮਤ ਜਾਨੀ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ। ਤਾਣ ਕਹਿੰਦੇ ਤਾਕਤ ਨੂੰ, ਦੀਵਾਨ ਕਹਿੰਦੇ ਆਸਰੇ ਨੂੰ। ਤੂੰ ਆ ਮੇਰਾ, ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਂ ਨਹੀਂ, ਮੇਰੇ ਵਾਸਤੇ ਹੋਰ ਥਾਂ ਹੀ ਹੈ ਨਹੀਂ ਕੋਈ। ਮੈਂ ਹੋਰ ਥਾਂ ਨਹੀਂ, ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਜੇ ਸਿੱਖ ਨੇ ਬਾਣੀ ਪੜ੍ਹੀ ਤੇ ਵਿਚਾਰੀ ਹੋਊ, ਪਾਸੇ ਜਾਣ ਦੀ ਲੋੜ ਪਊ ਸਾਧ ਸੰਗਤ ਜੀ? ਕਿਤੇ ਪਾਸੇ ਮੱਥਾ ਟੇਕਾਂਗੇ? ਕਿਤੇ ਪਾਸੇ ਜਾ ਕੇ ਸਿਰ ਝੁਕਾਉਣ ਦੀ ਲੋੜ ਪਊਗੀ? ਸਾਹਿਬਜ਼ਾਦਿਆਂ ਦੇ ਇਹਨਾਂ ਮਹਾਨ ਦਿਨਾਂ 'ਚ ਇੱਕ ਸਬਕ ਪੱਲੇ ਬੰਨ੍ਹ ਲਓ ਕਿ ਅੱਤ ਦੀ ਬਿਪਤਾ ਵਿੱਚ ਵੀ ਉਹ ਆਪਣੇ ਗੁਰੂ ਦਾ ਲੜ ਨਹੀਂ ਛੱਡਦੇ। ਅਸੀਂ ਤਾਂ ਚੰਗੇ ਭਲੇ ਖਾਂਦੇ ਪੀਂਦੇ ਆਪਣੇ ਘਰਾਂ 'ਚ। ਸਾਡੇ ਤੇ ਘਰ ਪੁੱਤਰ ਦਾ ਵਿਆਹ ਹੋਵੇ, 2-3 ਸਾਲ ਔਲਾਦ ਨਾ ਹੋਵੇ ਤੇ ਦਬ ਡੇਰਿਆਂ ਨੂੰ ਅਰਦਾਸਾਂ ਕਰਾਉਣ ਤੁਰ ਪੈਂਦੇ ਆ। ਘਰ 'ਚ ਕੋਈ ਬਿਮਾਰ ਹੋਵੇ ਹੌਸਪੀਟਲ ਦੀ ਬਜਾਏ ਪੁੱਛਣਾ ਵਾਲਿਆਂ ਕੋਲ ਤੁਰ ਪੈਂਦੇ ਵੀ ਉੱਥੋਂ ਪੁੱਛ ਪਵਾ ਲਓ, ਉਹਦਾ ਆ ਸ਼ੂਗਰ ਨਹੀਂ ਕੰਟਰੋਲ ਆ ਰਹੀ, ਉਹਦਾ ਕੋਈ ਬਾਬੇ ਕੋਲੋਂ ਮੰਤਰ ਲੋਕ ਸਾਡੇ ਬਾਬਿਆਂ ਕੋਲ ਤੁਰੇ ਫਿਰਦੇ। ਹੱਦ ਹੋ ਗਈ। ਕਿਹੜੇ ਬੰਨੇ ਅਸੀਂ ਪੜ੍ਹਿਆ ਲਿਖਿਆ ਵਰਗ ਵੀ ਮੱਝਾਂ ਦੁੱਧ ਨਹੀਂ ਦਿੰਦੀਆਂ, ਫਸਲ ਨਹੀਂ ਹੁੰਦੀ, ਗੱਡੀ ਨਹੀਂ ਠੀਕ ਚੱਲਦੀ, ਸਾਡੇ ਇਹ ਲੋਹਾ ਹੀ ਮਾੜਾ। ਇੱਦਾਂ ਕਹਿਣਗੇ ਸਰਵਿਸ ਕਰਾਉਣੀ ਨਹੀਂ, ਲੋਹਾ ਮਾੜਾ। ਘਰੋਂ ਪੈਸੇ ਦੇ ਕੇ ਭੇਜੇ, ਸਰਵਿਸ ਕਰਾਇਆ, ਉਹ ਫੱਕਾ ਮਾਰ ਆਉਂਦਾ। ਘਰਦਿਆਂ ਨੂੰ ਆਉਂਦਾ ਮੈਂ ਸਰਵਿਸ ਕਰਾ ਲਈ ਆ, ਗੱਡੀ ਰਾਹ 'ਚ ਖਲੋ ਜਾਂਦੀ ਆ। ਘਰਦਿਆਂ ਦੇ ਲੋਹਾ ਮਾੜਾ। ਇਹ ਨਹੀਂ ਆਉਂਦੇ ਸਾਡਾ ਜਵਾਕ ਮਾੜਾ। ਬੋਲੋ। ਕਈ ਹੁਣ ਘਰ ਦੇ ਜਵਾਕ ਨੂੰ ਭੇਜਦੇ ਜਾਂ ਸਰਵਿਸ ਕਰਾਇਆ, ਉਹ ਅਗਲਾ ਆਉਂਦਾ ਜਿੰਨੇ ਦੀ ਸਰਵਿਸ ਕਰਾਉਣੀ 3 ਸੂਟੇ ਵੱਜਣੇ ਇਹਦੇ। ਗੱਡੀ ਨੂੰ ਕੀ ਹੋਣ ਡਿਆ? ਆਪੇ ਪਾਪਾ ਰਾਜ ਖੱਜਲ ਹੁੰਦਾ ਫਿਰੂ। ਉਹ ਜਦੋਂ ਪਾਪਾ ਬੀਬੀ ਜਾਂਦੇ ਕਿਤੇ ਘੁੰਮਣ, ਉਹ ਗੱਡੀ ਰਾਹ 'ਚ ਹਿਲਦੀ ਨਹੀਂ ਆਉਂਦੇ। ਇਹ ਅਸਲ 'ਚ ਨਾ ਆਪਾਂ ਨੂੰ ਲੋਹਾ ਵਾਰੀ ਨਹੀਂ ਆਇਆ। ਇਹ ਨਹੀਂ ਪਤਾ ਵੀ ਇਹਨੂੰ 5 ਸਾਲ ਹੋ ਗਏ, ਇਹਦਾ ਤੇਲ ਕਿਸੇ ਨੇ ਬਦਲਿਆ ਹੀ ਨਹੀਂ। ਉਹ ਤੇਲ ਆਪਣਾ ਹੀ ਬਦਲਦਾ। ਉਹਨੇ ਨੋਟ ਸਾੜ ਕੇ ਕਾਲੇ ਕਰਤੇ ਆ। ਸੱਚ ਜਾਣੇ ਹੋ ਇਹ ਘਰਾਂ ਦੇ ਹਾਲਾਤ ਹੈਗੇ ਕਿ ਨਹੀਂ ਹੈਗੇ? ਉਹ ਤੁਸੀਂ ਚੋਰੀਆਂ ਦੀਆਂ ਗੱਲਾਂ ਕਰਦੇ ਜੇ, ਕਈ ਆਪਣੇ ਘਰ 'ਚ ਚੋਰੀ ਕਰੀ ਜਾਂਦੇ ਆ। ਕਈ ਬੰਦੇ ਨਾ ਘਰ 'ਚ ਕਿੱਦਾਂ ਚੋਰੀ ਕਰਦੇ, ਹੁਣ ਐਗਜ਼ਾਮਪਲ ਸੁਣਿਓ। ਉਹ ਕਿੱਦਾਂ ਚੋਰੀ ਕਰਦੇ ਆ? ਘਰ ਬਣ ਡਿਆ, ਰੇਤਾ ਦੀਆਂ ਸੁਣਾਈਆਂ 5 ਟਰਾਲੀਆਂ, ਉਹਨੂੰ ਕਹਿਣਾ ਤੂੰ ਕਹੀਂ 7 ਸੁੱਟੀਆਂ, ਮੇਰਾ ਤੇਰਾ ਤਰਲਾ ਹੀ ਆ ਤੇਰੇ ਅੱਗੇ ਮੇਰਾ ਵੀਰ। ਆ ਢੇਰ 'ਚ ਕਿਹੜਾ ਪਤਾ ਲੱਗਣਾ, ਉਹਨਾਂ ਕਿਹੜੀਆਂ ਮਿਲਣੀਆਂ। ਪੈਸੇ ਮੈਂ ਘਰਦਿਆਂ ਕੋਲ 7 ਦੇ ਲੈਣੇ ਆ, ਤੈਨੂੰ ਮੈਂ। ਉਹ ਆਂਦਾ ਨਹੀਂ ਮੈਂ ਝੂਠ ਨਹੀਂ ਬੋਲਣਾ, ਮੈਂ ਫਿਰ 7 ਦੀ ਜਗ੍ਹਾ 8 ਕਹੂੰਗਾ, ਮੈਨੂੰ 6 ਦੀ ਦੇ ਦੀ। ਉਹ ਵੀ ਕਹਿੰਦਾ ਮੈਂ ਵੀ ਦੇ ਵਿੱਚੋਂ ਮੈਨੂੰ ਵੀ ਤਾਂ 1 ਫਰੀ ਮਿਲੇ। ਬੰਦਾ ਆਪਣਾ ਘਰ ਲਟਾਉਣ ਲਈ ਵੀ ਪ੍ਰਵਾਨ ਹੋ ਗਿਆ। ਆ ਕਈ ਡੇਅਰੀ ਦੁੱਧ ਪਾਉਣ ਜਾਂਦੇ ਆ, ਮਹੀਨੇ ਬਾਅਦ ਪੈਸੇ ਦਾ ਹਿਸਾਬ ਕਰਨਾ। ਹੁਣ ਘਰਦਿਆਂ ਨੇ ਡੇਟੇ ਸਾਡੇ ਪਾਈ ਜਾਂਦੇ ਆ, ਉਹ ਵਿੱਚੋਂ 1000-500 ਵਿੱਚੋਂ ਆਪਣਾ ਠੂੰਗਾ ਮਾਰ ਆਉਂਦੇ ਆ। ਹੁਣ ਅੰਦਾਜ਼ਾ ਲਾਓ ਜਿਨ੍ਹਾਂ ਵਿਅਕਤੀਆਂ ਦੇ ਘਰ 'ਚ ਉਹਨਾਂ ਤੋਂ ਲੋਕ ਲਾਉਣੇ ਪੈਣ
ਸਮਝ ਲਈ ਬੰਦਿਆ ਤੂੰ ਪਸ਼ੂਆਂ ਵਾਲੀ ਜੂਨ ਭੋਗ ਰਿਹਾ, ਤੂੰ ਤੇ ਮਨੁੱਖ ਹੈ ਹੀ ਨਹੀਂ। ਵੈਸੇ ਸ਼ਰਮ ਵਾਲੀ ਗੱਲ ਹੈ। ਵੈਸੇ ਇਹ ਜਕਾਰੇ ਤੇ ਸਿੱਧ ਹੁੰਦਾ ਵੀ ਘਰਾਂ 'ਚ ਪੀੜਤ ਇੱਦਾਂ ਹੋ ਰਿਹਾ, ਆਪਣੇ ਘਰਾਂ 'ਚ ਆਪਾਂ ਨੂੰ ਲੋਕ ਲਾਉਣੇ ਪੈਂਦੇ ਕਈ ਵਾਰੀ। ਕਈ ਵਾਰੀ ਆਪਾਂ ਆਪਣੇ ਘਰੋਂ ਜਾਈਏ ਨਾ ਬਾਹਰ, ਅਤੇ ਆਪਾਂ ਕਈ ਵਾਰੀ ਗੱਡੀ 'ਚ ਉਤਰ ਕੇ ਫੇਰ ਜਾਂਦੇ ਹਾਂ, ਆਪਾਂ ਕਹਿੰਦੇ ਲੋਕ ਨਹੀਂ ਲਾਇਆ। ਉਹ ਨਹੀਂ, ਕੋਈ ਗੱਲ ਨਹੀਂ ਆ। ਕਈਆਂ ਨੂੰ ਕੈਮਰੇ ਲਾਉਣੇ ਪਏ ਘਰਾਂ 'ਚ, ਕੈਮਰੇ ਵੀ ਲਾਏ, ਲੋਕ ਵੀ ਲਾਏ। ਹੁਣ ਮੈਂ ਇਹ ਨਹੀਂ ਕਹਿੰਦਾ ਇਕੱਲੇ ਬੰਦਿਆਂ ਤੋਂ ਹੀ ਆ, ਕਈਆਂ ਬੀਬੀਆਂ ਤੋਂ ਵੀ ਲਾਉਣੇ ਪੈਂਦੇ ਆ। ਹੁਣ ਤੁਸੀਂ ਗੁਰਦੁਆਰੇ ਵੇਖ ਲਓ, ਆ 2 ਲੋਕ ਲੱਗੇ ਮੋਟੇ ਮੋਟੇ। ਮਤਲਬ ਹਰ ਬੰਦੇ ਨੇ ਇੱਥੇ ਆਣ ਕੇ ਗੋਲਕ 'ਚ ਪੈਸਾ ਪਾਇਆ ਨਾ। ਮੈਂ ਇਹ ਨਹੀਂ ਕਹਿੰਦਾ, ਹਰ ਗੁਰਦੁਆਰੇ ਦੀ ਗੱਲ ਕਰਦਾ। ਗੁਰਦੁਆਰਿਆਂ ਵਿੱਚ ਵੀ ਵੱਡੇ ਵੱਡੇ ਲੋਕ ਕਿਉਂ ਲਾਉਣੇ ਪਏ ਆ? ਕਿਉਂਕਿ ਸਾਰੇ ਬੰਦੇ ਮੱਥਾ ਟੇਕਣ ਨਹੀਂ ਆਉਂਦੇ, ਨਹਾਵਣ ਚੱਲੇ ਤੀਰਥੀ। ਹੋ ਸਕਦਾ ਆਪਣੇ ਵਿੱਚ ਤੇ ਕੋਈ ਚੋਰ ਨਹੀਂ ਬੈਠਾ ਹੋਣਾ, ਉਹ ਚੋਰ ਦਾ ਇਹ ਟਾਈਮ ਹੁੰਦਾ ਹੀ ਨਹੀਂ ਆ। ਆਪਾਂ ਤਾਂ ਸਾਰੇ ਟੇਕਣ ਆਏ ਆ। ਇਹ ਤੋਂ ਸਮਝ ਆਇਆ ਕਿ ਜੇ ਗੁਰਦੁਆਰਿਆਂ ਵਿੱਚ ਵੀ ਗੋਲਕਾਂ ਨੂੰ ਲੋਕ ਲਾਉਣੇ ਪੈਣ, ਸਾਨੂੰ ਘਰਾਂ 'ਚ ਆਪਣੇ ਵੈਸੇ ਟ੍ਰੇਨਿੰਗ ਇੱਦਾਂ ਦੀ ਦਿਓ ਕਿ ਬੱਚੇ ਨੂੰ ਇੱਕੇ ਵਾਰੀ ਸਮਝਾ ਦਿਓ, ਤੇਰੇ ਹੁੰਦਿਆਂ ਮੈਨੂੰ ਲੋਕ ਲਾਉਣ ਦੀ ਲੋੜ ਨਾ ਪਵੇ। ਮੈਂ ਤੇਰੇ ਤੋਂ ਲੋਕ ਕਿਉਂ ਲਾਵਾਂ ਮੇਰੇ ਪੁੱਤ? ਆਹ ਤੇਰੇ ਸਾਹਮਣੇ ਪਏ ਨੇ, ਇੱਥੇ ਪੁੱਛ ਕੇ ਲੈ ਮੇਰੇ ਕੋਲੋਂ। ਅਤੇ ਕਈਆਂ ਦੇ ਘਰਾਂ ਦਾ ਕਿਰਦਾਰ ਇਹ ਆ, ਉਹ ਕਹਿੰਦੇ ਨੌਕਰ ਵੀ ਸਾਡੇ ਘਰ ਤੁਰੇ ਫਿਰਦੇ, ਅਸੀਂ ਕਦੀ ਲੋਕ ਨਹੀਂ ਲਾਇਆ, ਸਾਨੂੰ ਆਪਣੇ ਨੌਕਰਾਂ 'ਤੇ ਵੀ ਭਰੋਸਾ ਹੈ। ਅਤੇ ਕਈਆਂ ਦੇ ਬੱਚਿਆਂ 'ਤੇ ਵੀ ਇਹ ਵਿਸ਼ਵਾਸ ਨਹੀਂ ਬਣ ਪਾਉਂਦਾ। ਗੱਲ ਕਰੈਕਟਰ ਦੀ ਹੈ ਪਿਆਰਿਓ, ਗੱਲ ਕਿਰਦਾਰ ਦੀ ਹੈ। ਇਹ ਕਿਰਦਾਰ ਅਤੇ ਕਰੈਕਟਰ ਬਾਜ਼ਾਰੋਂ ਨਹੀਂ ਮਿਲਦਾ, ਇਹ ਜ਼ਿੰਦਗੀ 'ਚ, ਉੱਚੀ ਬੋਲੋ, ਬਣਾਉਣਾ ਪੈਂਦਾ। ਕਈਆਂ ਨੇ ਆਪਣੇ ਨੌਕਰਾਂ 'ਤੇ ਇੰਨਾ ਵਿਸ਼ਵਾਸ ਰੱਖਿਆ, ਉਹ ਕਹਿੰਦੇ ਸਟਾਫ 'ਤੇ ਭਰੋਸਾ ਹੈ ਜੀ, ਸਾਨੂੰ ਪਤਾ ਹੈ ਇਹ ਕੋਈ ਬੇਈਮਾਨੀ ਨਹੀਂ ਕਰਦੇ। ਇਸ ਕਰਕੇ ਗੁਰੂ ਪਾਤਸ਼ਾਹ ਨੇ ਇਹਨਾਂ ਮਹਾਨ ਯੋਧਿਆਂ ਤੋਂ ਇਹ ਸਬਕ ਜ਼ਿੰਦਗੀ 'ਚ ਲੈਣਾ ਹੈ ਕਿ ਇਹਨਾਂ ਵਰਗੀ ਦ੍ਰਿੜਤਾ, ਇਹਨਾਂ ਵਰਗਾ ਭਰੋਸਾ, ਇਹਨਾਂ ਵਰਗਾ ਵਿਸ਼ਵਾਸ, ਇਹਨਾਂ ਵਰਗੇ ਜਿਹੜੇ ਲਿਆਕਤ ਵਾਲੇ ਗੁਣ ਆ, ਕਾਸ਼ ਕਿਤੇ ਸਾਡੇ ਸਾਹਿਬਜ਼ਾਦਿਆਂ, ਸਾਡਿਆਂ ਬੱਚਿਆਂ ਵਿੱਚ ਵੀ ਆ ਜਾਣ। ਅਸੀਂ ਵੀ ਪਿਆਰ ਨਾਲ ਆਪਣੇ ਘਰਾਂ ਵਿੱਚ ਰਹਿਣਾ ਸ਼ੁਰੂ ਕਰ ਦਈਏ। ਅਸੀਂ ਵੀ ਮਹਿਸੂਸ ਕਰੀਏ ਕਿੱਦਾਂ ਉਹਨਾਂ ਨੇ ਪਰਖ ਦੀਆਂ ਘੜੀਆਂ ਵਿੱਚੋਂ ਵੀ ਡੋਲੇ ਤੇ ਘਬਰਾਏ ਨਹੀਂ। ਅਸੀਂ ਤਾਂ ਖਾਂਦੇ ਪੀਂਦੇ ਵੀ ਘਬਰਾਈ ਫਿਰਦੇ ਹਾਂ। ਹੁਣ ਗੁਰੂ ਨਾਨਕ ਸਾਹਿਬ ਦਾ ਵਾਕ ਹੈ, ਜਿਤ ਸੇਵਿਐ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਜਿਹਨੂੰ ਸੇਵਣ ਦੇ ਨਾਲ ਸੁੱਖ ਮਿਲਦਾ, ਉਸ ਸਾਹਿਬ ਨੂੰ ਸਦਾ ਹੀ ਸੰਭਾਲਣਾ ਚਾਹੀਦਾ। ਜਿਤ ਕੀਤਾ ਪਾਈਏ ਆਪਣਾ। ਜੇ ਪਤਾ ਵੀ ਆਹ ਕੰਮ ਕੀਤਿਆਂ ਮੈਨੂੰ ਆਪਣੇ ਕੀਤੇ ਦਾ ਫਲ ਮਿਲਣਾ, ਸਾ ਘਾਲ ਬੁਰੀ ਕਿਉਂ ਘਾਲੀ ਹੈ। ਉਹ ਫਿਰ ਘਾਲ ਬੁਰੀ ਕਿਉਂ ਘਾਲੀਏ? ਫਿਰ ਮੈਂ ਉਹ ਬੁਰਾ ਕੰਮ ਕਿਉਂ ਕਰਾਂ? ਜੇ ਪਤਾ ਮੈਨੂੰ ਵੀ ਆਹ ਕੰਮ ਕੀਤਿਆਂ ਦਾ ਨਤੀਜਾ ਆਹ ਨਿਕਲਣਾ, ਫਿਰ ਮੈਂ ਪ੍ਰਣ ਕਰਾਂ ਵੀ ਅੱਜ ਤੋਂ ਬਾਅਦ ਗਲਤ ਰਸਤੇ 'ਤੇ ਮੈਂ, ਫਿਰ ਕੈਮਰੇ ਦੀ ਲੋੜ ਪਊ। ਫਿਰ ਤਾਂ ਸਮਝ ਆਜੂ, ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾਂ ਕਾ ਰਾਖਾ ਏਕ। ਮੇਰਾ ਰਾਖਾ ਮੇਰੇ ਅੰਦਰ ਬੈਠਾ, ਤੁਹਾਡਾ ਰਾਖਾ ਤੁਹਾਡੇ ਅੰਦਰ ਬੈਠਾ। ਯਾਨੀ ਕਿ ਇਕੱਲੇ ਇਕੱਲੇ ਨੇ ਆਪਣੀ ਰਾਖੀ ਖੁਦ ਆਪ ਕਰਨੀ। ਹਾਂ, ਜਿਤ ਕੀਤਾ ਪਾਈਏ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਐ। ਮੰਦਾ ਮੂਲ ਨਾ ਕੀਚੇ, ਭੁੱਲ ਕੇ ਵੀ ਮੰਦਾ ਕੰਮ ਨਾ ਕਰੋ। ਦੇ ਲੰਬੀ ਨਜ਼ਰ ਨਿਹਾਲੀਐ। ਦੇ ਲੰਬੀ ਨਜ਼ਰ ਦਾ ਅਰਥ ਕੀ ਹੈ? ਲੰਬਾ ਸੋਚੋ, ਅੱਗਾ ਸੋਚੋ। ਕਿੱਦਾਂ ਭਲਾ? ਸੁਣਿਓ, ਅੱਜ ਤੁਸੀਂ ਆਪਣੇ ਬੱਚਿਆਂ ਦੇ ਸਾਹਮਣੇ ਆਪਣੀ ਮਾਂ ਦੀ ਘਰ 'ਚ ਬੇਇੱਜ਼ਤੀ ਕਰਦੇ ਜੇ, ਇਹਨੂੰ ਲੰਬਾ ਸੋਚੋ। ਜੇ ਅੱਜ ਮੈਂ ਮਾਂ ਦੀ ਬੇਇੱਜ਼ਤੀ ਕਰਦਾ, ਤੇ ਕੱਲ੍ਹ ਨੂੰ ਆਪਣੀ ਘਰ ਵਾਲੀ ਨੂੰ ਤਿਆਰ ਰੱਖੋ, ਤੇਰੇ ਅੱਗੇ ਵੀ ਤੇਰੇ ਬੱਚੇ ਇੱਦਾਂ ਬੋਲਣਗੇ। ਜੇ ਅੱਜ ਬਾਂਹ ਫੜ ਕੇ ਬਾਪੂ ਨੂੰ ਧੱਕਾ ਮਾਰ ਕੇ ਬਾਹਰ ਕੱਢਦਾ ਨਾ, ਤੇ ਦੇ ਲੰਬੀ ਨਜ਼ਰ ਨਿਹਾਲੀਏ। ਚੇਤਾ ਰੱਖੀਆਂ, ਅੱਖਰ ਤੇਰੇ ਬੱਚੇ ਅੰਦਰ ਉੱਕਰ ਰਹੇ ਆ। ਅੱਜ ਤੋਂ 5-7 ਸਾਲਾਂ ਬਾਅਦ ਤਿਆਰੀ ਕਾਕਾ, ਬੋਲੋ ਜੀ। ਉਹ ਕਹਾਣੀ ਨਹੀਂ ਆਉਂਦੀ, ਕਹਿੰਦੇ ਵੀ ਕੋਈ ਬੰਦਾ ਦੁਖੀ ਬੜਾ ਸੀ ਆਪਣੇ ਬੱਚਿਆਂ ਤੋਂ। ਬੱਚੇ ਆਂਦੇ ਵੀ, ਬੱਚਿਆਂ ਨੂੰ ਆਂਦਾ ਵੀ ਐਂ ਕਰੋ ਵੀ ਜੇ ਬਹੁਤੇ ਤੰਗ ਜੇ ਉਹਨੂੰ ਸੁੱਟਣ ਚਲੇ ਗਏ ਦਰਿਆ 'ਚ, ਵੀ ਬਾਪੂ ਨੂੰ ਗਲੋਂ ਲਾਹ ਆਈਏ। ਅਤੇ ਬਾਪੂ ਨੂੰ ਜਦੋਂ ਸੁੱਟਣ ਲੱਗੇ, ਤਾਂ ਆਂਦਾ ਕਾਕਾ ਥੋੜ੍ਹਾ ਜਿਹਾ ਗਾਂਹ ਸੁੱਟੀ। ਆਂਦਾ ਕਿਉਂ? ਆਂਦਾ ਇੱਥੇ ਮੈਂ ਆਪਣੇ ਪਿਓ ਨੂੰ ਸੁੱਟਿਆ ਸੀ। ਉਹਦੀ ਰੂਹ ਕੰਬੀ। ਆਉਂਦਾ ਸ਼ਾਇਦ ਦਾ ਮਤਲਬ ਸਾਡੇ ਖਾਨਦਾਨ 'ਚ ਪ੍ਰਥਾ ਹੀ ਚੱਲੀ ਆਉਂਦੀ ਆ। ਉਹ ਫਿਰ ਵਾਪਸ ਮੁੜ ਆਇਆ ਵੀ ਜੇ ਇੱਥੇ ਇਹਨੇ ਪਿਓ ਨੂੰ ਸੁੱਟਿਆ, ਮੈਂ ਇੱਥੇ ਸੁੱਟਿਆ, ਤਾਂ ਮੇਰੀ ਵਾਰੀ ਥੋੜ੍ਹੀ ਜੀ ਗਾਂਹ ਹੀ ਆਊ। ਫਿਰ ਬੱਸਾਂ ਵਿੱਚ ਨਹੀਂ ਲਿਖਿਆ ਹੁੰਦਾ ਜੀ ਕਹੋ ਜੀ ਕਹਾਓ। ਬੱਸਾਂ 'ਚ ਲਿਖਿਆ ਹੁੰਦਾ, ਭਾਵੇਂ ਕਨੈਕਟਰ ਟੁੱਟ ਕੇ ਪਈ ਜਾਵੇ, ਉਹ ਆਂਦਾ ਦੂਜਿਆਂ ਲਈ ਲਿਖਿਆ। ਜਿਵੇਂ ਬੱਸ ਦੇ ਨਾ ਡਰਾਈਵਰ ਦੇ ਉੱਪਰਲੇ ਬੰਨੇ ਲਿਖਿਆ ਹੁੰਦਾ, ਉੱਪਰਲੇ ਬੰਨੇ ਨੋ ਸਮੋਕਿੰਗ, ਅਤੇ ਐਡੀ ਮੋਟੀ ਵੀਡੀਓ ਨੇ ਮੂੰਹ 'ਚ ਪਾਈ ਹੁੰਦੀ, ਐਂ ਫੱਕ ਫੱਕ ਨਾਲ ਸਭ ਕੁਝ ਨੱਪੀ ਆਉਂਦਾ।
ਦੂਜਾ ਨੂੰ ਆਂਦਾ ਜੀ ਇਹ ਕਿਹਦੇ ਲਈ ਲਿਖਿਆ, ਆਂਦਾ ਦੂਜਿਆਂ ਲਈ। ਅੱਛਾ, ਰੋਡਵੇਜ਼ ਦੀਆਂ ਬੱਸਾਂ ਕੀ ਦੂਜੀਆਂ ਬੱਸਾਂ ਦੀ ਵੀ ਬਾਰੀ ਦੇ ਉੱਤੇ ਲਿਖਿਆ ਹੁੰਦਾ ਡਰਾਈਵਿੰਗ ਤੇ ਸ਼ਰਾਬ ਦਾ ਕੋਈ ਮੇਲ ਨਹੀਂ, ਤੇ ਬੱਸ ਐਂ ਜਾ ਰਹੀ ਹੁੰਦੀ ਆ। ਮਤਲਬ ਸਾਨੂੰ ਇਹ ਲੱਗਦਾ ਵੀ ਇਹ ਤਾਂ ਦੂਜੇ ਲਈ ਆ, ਨਹੀਂ, ਇਹ ਮੇਰੇ ਲਈ ਆ। ਮੰਦਾ ਮੂਲ ਨਾ ਕੀਚਈ, ਮੈਂ ਭੁੱਲ ਕੇ ਵੀ ਮੰਦਾ ਕੰਮ ਨਾ ਕਰਾਂ। ਦੇ ਲੰਬੀ ਨਦਰ ਨਿਹਾਲੀ ਹੈ, ਦੇ ਲੰਬੀ ਨਜ਼ਰ, ਐ ਦੂਰ ਤੱਕ ਵੇਖ, ਲੰਬੀ ਨਜ਼ਰ। ਤੇ ਜਿਹੜੇ ਦੂਰ ਤੱਕ ਵੇਖਦੇ ਆ ਉਹ ਕਦੀ ਵੀ ਗਲਤ ਕੰਮ, ਜਦੋਂ ਇੱਦਾਂ ਆਪਾਂ ਸੋਚਾਂਗੇ ਸਾਧ ਸੰਗਤ, ਫਿਰ ਅਸੀਂ ਕਿਸੇ ਦੇ ਡਰ ਖੋਣੋਂ ਗਲਤ ਕੰਮ ਨਹੀਂ ਕਰਾਂਗੇ, ਫਿਰ ਆਪਣੇ ਆਪ ਸਿਆਣੇ ਬਣ ਜਾਵਾਂਗੇ। ਮੈਨੂੰ ਕੋਈ ਵੀ ਨਹੀਂ ਵੇਖਦਾ, ਮੈਂ ਤਾਂ ਕਦੀ ਤੁਸੀਂ ਨੋਟ ਕਰੋ, ਤੁਹਾਡੇ 'ਚੋਂ ਕਈਆਂ ਦੇ ਧੀ ਪੁੱਤ ਬਾਹਰ ਹੋਣੇ ਆ, ਜਦੋਂ ਰਾਤ ਨੂੰ ਉਹ ਗੱਡੀ ਦੇ ਉੱਤੇ ਸਫ਼ਰ ਕਰਦੇ ਆ ਨਾ, ਜਦੋਂ ਰੈੱਡ ਬੱਤੀ ਹੋ ਗਈ ਉਹਨਾਂ ਦੀ ਗੱਡੀ ਆਪਣੇ ਆਪ ਉਹਨਾਂ ਨੇ ਖਿਲਾਰ ਲੈਣੀ ਆ। ਉੱਥੇ ਭਾਵੇਂ 1 ਮਿੰਟ ਦੀ ਰੈੱਡ ਬੱਤੀ ਹੈ, 30 ਸੈਕਿੰਡ ਦੀ ਆ, 2 ਮਿੰਟ ਦੀ ਆ। ਅੱਛਾ, ਉਹਨਾਂ ਨੂੰ ਵੀ ਪਤਾ ਵੀ ਇੱਥੇ ਆਉਣਾ ਕਿਸੇ ਨੇ ਨਹੀਂ ਆ, ਪਰ ਉਹ ਉਸ ਚੀਜ਼ ਦੇ ਆਦੀ ਹੋ ਚੁੱਕੇ। ਆਪਣੇ ਵਰਗਾ ਪੰਜਾਬੋਂ ਕੋ ਗਿਆ ਵੀ ਹੋਵੇ ਨਾ, ਉਹ ਕੱਢ ਦੇਗਾ ਇੱਦਾਂ, ਇੱਦਾਂ ਕਹਿੰਦੇ ਨੇ ਕਈ ਵਾਰੀ, ਬੋਲੋ ਜੀ, ਉਹ ਕੱਢ ਦੇ, ਕੋਈ ਨਹੀਂ ਹੁੰਦਾ, ਇੱਦਾਂ ਕਹਿਣਗੇ। ਉਹ ਆਂਦਾ ਕਾਕਾ ਆਪਣੀ ਮੱਤ ਆਪਣੇ ਕੋਲ ਰੱਖ, ਹਾਂ ਜਿਹੜਾ ਤੂੰ ਕੱਢ ਦੇਗਾ ਇੱਦਾਂ ਕਹੀ ਜਾਣਾ ਨਾ, ਤੂੰ ਦਿਨ ਵੇਲੇ ਵੀ ਇੱਦਾਂ ਕਿਤੇ ਮੈਨੂੰ ਕਹਿ ਦੇਣਾ, ਤੇ ਮੇਰਾ $700-800 ਜਿਹੜਾ ਮੈਂ ਹਫ਼ਤੇ ਦਾ ਕਮਾਉਣਾ ਨਾ, 1-2 ਟਿਕਟਾਂ ਗਈਆਂ ਤੇ ਮੇਰਾ ਤੇ ਬਸ। ਇਸ ਕਰਕੇ ਮੈਂ ਤੇਰੀ ਗੱਲ ਨਹੀਂ ਮੰਨਣੀ। ਆਪਣੇ ਇੱਥੇ ਕੀ ਕਰਦੇ ਭਲਾ, ਇਮਾਨਦਾਰ ਨਾਲ ਸੋਚੋ। ਆਪਾਂ ਨੂੰ ਕੋਈ ਲਾਲ ਬੱਤੀ, ਕੋਈ ਰੈੱਡ ਬੱਤੀ, ਕੋਈ ਸੇਫਟੀ ਬੈਲਟ ਇਹਨਾਂ ਦਾ, ਕਿਉਂਕਿ ਉੱਥੇ ਉਹ ਉਦੋਂ ਵੀ ਕਮਾਉਂਦੇ ਆ ਜਦੋਂ ਉਹਨਾਂ ਨੂੰ ਕੋਈ ਨਹੀਂ ਵੇਖਦਾ। ਇੱਥੇ ਅਸੀਂ ਬੈਲਟ ਕਿਹਨੂੰ ਵੇਖ ਕੇ ਲਾਉਨੇ ਭਲਾ? ਚੰਡੀਗੜ੍ਹ ਆਪਣੇ ਆਪ ਖਿੱਚੀ ਜਾਂਦੀ ਕਿ ਨਹੀਂ? ਬੋਲੋ ਸਾਧ ਸੰਗਤ, ਚੰਡੀਗੜ੍ਹ ਜਾਂਦੇ ਆਪਣੇ ਆਪ ਹੀ ਬੈਲਟ ਬਾਹਰ ਆ ਜਾਂਦੀ ਆਪਣੇ ਆਪ ਹੀ। ਉੱਥੇ ਪਤਾ ਵੀ ਉੱਥੇ ਕੋਈ ਫਰਮਾਇਸ਼ ਨਹੀਂ ਚੱਲਣੀ ਸਾਡੀ। ਸਿਆਣੇ ਬਣ ਜਾਈਏ। ਦੇ ਲੰਬੀ, ਮੰਦਾ ਮੂਲ ਨਾ ਕੀਚਈ, ਦੇ ਲੰਬੀ ਨਜ਼ਰ ਨਿਹਾਲੀ ਹੈ। ਮੈਂ ਨਸ਼ਾ ਕਿਉਂ ਪੀਵਾਂ ਬਈ? ਮੈਂ ਲੰਬੀ ਨਜ਼ਰ ਨਿਹਾਲ ਲਈ ਆ ਵੀ ਨਸ਼ਾ ਪੀਵਾਂਗਾ, ਜੇ ਮੈਂ 50 ਦਾ ਰੋਜ਼ ਪੀਤਾ ਤੇ 1500 ਮਹੀਨੇ ਦਾ ਗਿਆ, ਤੇ ਉਹ 1500 ਦਾ ਜੇ ਤੂੰ ਫਰੂਟ ਲੈਵੇਂ ਨਾ, ਕਮ ਸੇ ਕਮ ਜ਼ਿਆਦਾ ਨਹੀਂ 15-20 ਦਿਨ, ਇੱਕ ਨਿੱਕੀ ਫੈਮਿਲੀ ਵੀ ਜੇ 200-400 ਦਾ ਫਰੂਟ ਲਿਆਵੇ ਤੇ 4-5 ਦਿਨ ਲੰਘ ਜਾਣਗੇ, 1500 ਦਾ ਮਹੀਨੇ ਦਾ ਫਰੂਟ ਨਹੀਂ ਲੱਗਣਾ ਤੇਰਾ, ਤੇ ਕੱਲਾ ਨਸ਼ਾ ਪੀ ਜਾਣਾ ਹੈ। ਤੇ ਪੀਣ ਵਾਲਾ ਕੀ ਕਹਿੰਦਾ, ਮੈਨੂੰ ਟੈਨਸ਼ਨ ਬੜੀ ਆ। ਬੋਲੋ ਜੀ, ਅੱਛਾ ਟੈਨਸ਼ਨ ਕਾਹਦੀ ਆ? ਮੈਂ ਲੋਕਾਂ ਦੇ, ਤੇ ਟੈਨਸ਼ਨ ਦੇ ਪਿੱਛੇ ਮਾਈ ਨੂੰ ਵੀ ਹੈਗੀ ਆ, ਫਿਰ ਟੈਨਸ਼ਨ ਤੇ ਘਰ 'ਚ ਭਾਪੇ ਨੂੰ ਵੀ ਹੈਗੀ ਆ, ਟੈਨਸ਼ਨ ਤੇ ਬੱਚਿਆਂ ਨੂੰ ਵੀ ਹੈਗੀ ਆ। ਇਹ ਬਹਾਨੇ ਆ। ਨੌਜਵਾਨ ਵੀਰੋ, ਮੈਂ ਹਰ ਸਟੇਜ 'ਤੇ ਇੱਕ ਬੇਨਤੀ ਕਰਦਾ, ਆਪਾਂ ਤੁਰਦੀਆਂ ਫਿਰਦੀਆਂ ਫੈਕਟਰੀਆਂ ਵਾਂ, ਦੁਕਾਨਾਂ ਵਾਂ ਨਸ਼ੇ ਵੇਚਣ ਵਾਲੀਆਂ ਦੀਆਂ। ਜਦੋਂ ਕੋਈ ਤੰਬਾਕੂ ਵੇਚਦੀ ਆ ਨਾ ਕੰਪਨੀ, ਉਹ ਸਭ ਤੋਂ ਛੋਟੀ ਉਮਰ ਦਾ ਵਿਅਕਤੀ ਚੱਕਦੇ ਆ, ਕਿਉਂਕਿ ਉਹ ਵੱਡੇ ਬੰਦੇ ਨੂੰ ਨਹੀਂ ਲਾਉਂਦੇ ਆਪਣੇ ਇਸ ਬੰਨੇ। ਤਾਂ ਹੀ ਸਕੂਲਾਂ ਦੇ ਬਾਹਰ ਉਹਨਾਂ ਦੇ ਖੋਖੇ ਕਿਉਂ ਹੁੰਦੇ ਭਲਾ? ਵੀ ਜੇ ਕਿਤੇ 5-7% ਬੱਚੇ ਵੀ ਸਾਡੀ ਪਕੜ 'ਚ ਆ ਗਏ, ਅੱਜ ਇਹ 15 ਸਾਲ ਦਾ ਬੱਚਾ ਇਹ ਨਸ਼ਾ ਕਰਨ ਲੱਗ ਪਿਆ, ਤੇ ਜੇ ਉਹਨੇ 50 ਸਾਲ ਜਿਉਣਾ ਤੇ ਕਮ ਸੇ ਕਮ 35 ਸਾਲ ਤੇ ਸਾਨੂੰ ਕਮਾਈ ਦੇਊ। ਉਹ 40-50 ਸਾਲ ਦੇ ਨੂੰ ਨਸ਼ਾ ਨਹੀਂ ਲਾਉਂਦੇ, ਉਹਨੂੰ ਪਤਾ ਵੀ ਇਹ 5-7 ਸਾਲ ਹੈਗਾ, ਇਹਨੇ ਕਮਾਈ ਘੱਟ ਦੇਣੀ ਆ, ਤੇ ਨੌਜਵਾਨ ਬੱਚੇ ਨੇ ਵੱਧ ਦੇਣੀ ਆ। ਜਿੱਦਣ ਸਾਨੂੰ ਘਰੇ ਸਮਝ ਆ ਗਈ, ਫਿਰ ਸਾਡਾ ਬੱਚਾ ਨਸ਼ੇ ਵਾਲਿਆਂ ਦੇ ਵਿੱਚ ਵੀ ਤੁਰਿਆ ਫਿਰੂ ਨਾ, ਸਾਡੇ ਬੱਚੇ ਨੂੰ ਕੋਈ ਨਸ਼ੇ ਦੀ ਆਦਤ ਨਹੀਂ ਲਾ ਸਕਦਾ। ਆ ਜਿਨ੍ਹਾਂ ਨੂੰ ਆਦਤਾਂ ਪਈਆਂ ਨੇ ਨਾ, ਜਿਨ੍ਹਾਂ ਨੂੰ ਮੈਂ ਇਹ ਜ਼ਰੂਰੀ ਨਹੀਂ ਜਿਹੜੇ ਨਸ਼ੇ ਕਰਨ ਵਾਲੇ ਉਹ ਬੰਦੇ ਮਾੜੇ ਹੁੰਦੇ ਆ। ਕਈ ਵਾਰੀ ਉਹਨਾਂ ਦੀਆਂ ਘਰ ਵਾਲੀਆਂ, ਉਹਨਾਂ ਦੇ ਮਾਂ ਬਾਪ ਇਹ ਕਹਿੰਦੇ ਆ ਹੀਰੇ ਵਰਗਾ ਸਾਡਾ ਪੁੱਤ ਹੈ ਜੀ, ਸਗੋਂ ਦੂਜੇ ਨਾਲੋਂ ਚੰਗਾ ਇਹ ਆ, ਪਰ ਪਤਾ ਨਹੀਂ ਇਹਨੂੰ ਕਿੱਥੋਂ ਲੱਤ ਲੱਗ ਗਈ ਆ। ਨਾ ਇਹ ਕਿਸੇ ਦਾ ਮਾੜਾ ਕਰੇ, ਨਾ ਇਹ ਕਿਸੇ ਦਾ ਬੁਰਾ ਕਰੇ, ਇਹਨੇ ਕਦੀ ਬੇਈਮਾਨੀ ਨਹੀਂ ਕੀਤੀ। ਪਰ ਜੇ ਇਸ ਦਲਦਲ 'ਚ ਫਸ ਗਿਆ ਨਾ, ਆਓ ਲੱਕ ਬੰਨੀਏ, ਨਫ਼ਰਤ ਨਾ ਕਰੀਏ ਆਪਣੇ ਭਰਾਵਾਂ ਨੂੰ, ਉਹਨਾਂ ਨੂੰ ਇਸ ਦਲਦਲ 'ਚੋਂ ਬਾਹਰ ਕੱਢਣ ਦਾ ਆਪਾਂ ਯਤਨ ਕੱਢੀਏ, ਤੇ ਬਹੁਤ ਕੁਝ ਬਦਲਿਆ ਜਾ ਸਕਦਾ। ਕਿਉਂਕਿ ਜਦੋਂ ਉਹਨਾਂ ਨੂੰ ਸਮਝ ਆ ਗਈ ਕਿ ਜੇ ਇਹ ਜਿਹੜੇ ਮਹਾਨ ਸਾਡੇ ਕੋਲ ਇਤਿਹਾਸ ਵਿੱਚ ਹੀਰੇ ਜਿਨ੍ਹਾਂ ਨੇ ਸਾਡੇ ਵਾਸਤੇ ਕੁਰਬਾਨੀਆਂ ਕੀਤੀਆਂ ਨੇ, ਤੇ ਬਹੁਤ ਕੁਝ ਜ਼ਿੰਦਗੀ ਵਿੱਚ ਬਦਲਿਆ ਜਾ ਸਕਦਾ ਹੈ। ਸਾਹਿਬਜ਼ਾਦਿਆਂ ਦੀ ਜ਼ਿੰਦਗੀ 'ਚੋਂ ਪ੍ਰੇਰਨਾ ਲਈਏ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਤਬਦੀਲ ਕਰ ਸਕਦੇ ਹਾਂ। ਕਿਉਂਕਿ ਮੰਦਾ ਮੂਲ ਨਾ ਕੀਚਈ, ਦੇ ਲੰਬੀ ਨਜ਼ਰ। ਹੁਣ ਚਾਹੀਦਾ ਤੇ ਪਤਾ ਕੀ ਸੀ, ਇਹਨਾਂ ਸਲੋਕਾਂ ਪੌੜੀਆਂ ਦੇ ਅਰਥ ਬਣਾ ਕੇ ਨਾ, ਮੈਂ ਇੱਕ ਸੁਝਾਅ ਦਿੰਦਾ ਉਹਨਾਂ ਹਰ ਕਮੇਟੀ ਨੂੰ, ਆ ਜਿਹੜੇ ਆਪਾਂ ਸਰੋਪੇ ਦਿੰਦੇ ਆ ਨਾ, ਇਹ ਹੌਲੀ ਹੌਲੀ ਸਾਨੂੰ ਬੰਦ ਕਰਨੇ ਚਾਹੀਦੇ ਆ। ਧਿਆਨ ਨਾਲ ਸੁਣੇ, ਤੁਹਾਡੇ ਵਿੱਚੋਂ ਜੇ ਕੋਈ ਕਿਸੇ ਪਿੰਡ ਵਿੱਚੋਂ ਪ੍ਰਬੰਧਕ ਕਮੇਟੀ ਦਾ ਮੈਂਬਰ ਆਇਆ, ਤੇ ਮੇਰੀ ਹੱਥ ਜੋੜ ਕੇ ਬੇਨਤੀ ਆ, ਕੀ ਕਰੋ,
कि शब्द लै लो, जिवें जित सेवियां सुख पाई है, शब्द लै लो, ਉਹਦੇ अर्थ लिख लो प्रोफैसर ਸਾਹਿਬ ਸਿੰਘ वाले, ਇੱਦਾਂ शील्ड बना लो, मोमेंटो बना लो, 150 200 बना के इकट्ठे गुरुद्वारा ਸਾਹਿਬ रख लो। किसी ने पाठ कराया, समागम कराया, उस परिवार ਨੂੰ ਸਰੋਪਾ देने की बजाय ਉਹ शब्द की तस्वीर ਦਿਓ, ਉਹ ਆਪਣੇ ਘਰ ਜਾ ਕੇ ਲਾਓ। ਹੌਲੀ ਹੌਲੀ ਲੋਕਾਂ ਦੇ ਘਰਾਂ ਵਿੱਚ ਸ਼ਬਦ ਬਾਣੀ ਦੀ ਵਿਚਾਰ ਜਾਊ। ਕੋਈ ਉੱਠਦਿਆਂ ਬਹਿੰਦਿਆਂ ਕੋਈ ਸ਼ਬਦ ਦੀਆਂ 2 ਤੁਕਾਂ ਪੜੂ, ਕਮ ਸੇ ਕਮ ਬਾਣੀ ਦੀਆਂ 2 ਤੁਕਾਂ ਤੇ ਯਾਦ ਹੋਣਗੀਆਂ। ਆ ਜਿਹੜੇ ਅਸੀਂ ਸਰੋਪੇ ਦਿੰਦੇ ਆ, ਇੱਕ ਤੇ ਆਉਂਦੇ ਪੈਸੇ ਦੇ ਆ, ਤੇ ਜਿਹੜਾ ਸਰੋਪੇ ਦਾ ਕੱਪੜਾ ਹੁੰਦਾ ਕਈ ਵਾਰੀ ਸਿਰ ਦੇ ਉੱਤੇ ਬੰਨਣ ਦੇ ਕੰਮ ਵੀ ਨਹੀਂ ਆਉਂਦਾ। ਸਾਨੂੰ ਆਪਣੀ ਸੋਚ ਬਦਲਣ ਦੀ ਲੋੜ ਆ ਹੌਲੀ ਹੌਲੀ, ਤਾਂ ਕਿ ਘਰਾਂ ਵਿੱਚ ਸਾਡੇ ਸ਼ਬਦ ਦੀਆਂ ਤਸਵੀਰਾਂ ਜਾਣ। ਕਮ ਸੇ ਕਮ ਬੰਦਾ ਇੱਦਾਂ ਬੈਠਾ ਸਾਹਮਣੇ ਲੌਬੀ 'ਚ ਡਰਾਇੰਗ ਰੂਮ 'ਚ ਸ਼ਬਦ ਲੱਗਾ, ਜਿਤ ਸੇਵਿਆਂ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ। ਹੋ ਸਕਦਾ ਪਤਾ ਨਹੀਂ ਕਿਹੜੇ ਵੇਲੇ ਮਨ ਉਖੜਦਾ, ਕਿਤੇ ਕੋਈ ਬਾਣੀ ਦੀ ਤੋਕ ਉਹਦੇ ਸਾਹਮਣੇ ਆ ਗਈ। ਜਦੋਂ ਆਇਆ ਵੀ ਮੰਦਾ ਮੂਲ ਨਾ ਕੀ ਚਾਈ, ਬੰਦਾ ਚੱਲਿਆ ਝੂਠੀ ਗਵਾਹੀ ਦੇਣ ਘਰੋਂ, ਪੱਗ ਬੰਨ੍ਹ ਕੇ ਤੁਰ ਲੱਗਾ, ਕਿਤੇ ਧਿਆਨ ਪੈ ਗਿਆ ਸਾਹਮਣੇ। ਬਾਹਰਲੀਆਂ ਕੰਟਰੀਆਂ 'ਚ ਹੁੰਦਾ ਗੱਡੀ ਚੰਗੀ ਭਲੀ ਲਈ ਜਾਂਦਾ ਨਾ, ਜਦੋਂ ਸਕੂਲ ਦਾ ਸਾਈਨ ਬੋਰਡ ਆਉਂਦਾ ਨਾ, ਆਪਣੇ ਆਪ ਐਕਸੀਲੇਟਰ ਤੋਂ ਪੈਰ ਚੱਕਿਆ ਜਾਂਦਾ ਕਿ ਸਕੂਲ ਦੇ ਲਾਗੇ ਮੈਂ ਗੱਡੀ ਤੇਜ਼ ਨਹੀਂ ਲਗਾਉਣੀ। ਲਿਖੇ ਦਾ ਅਸਰ ਹੋਇਆ ਨਾ। ਜੇ ਗੱਡੀਆਂ ਰੋਡ ਦੇ ਉੱਤੇ ਇੱਕਦਮ ਹੌਲੀ ਹੋ ਸਕਦੀਆਂ ਤਾਂ ਤੇਰੀ ਜ਼ਿੰਦਗੀ ਵੀ ਹੌਲੀ ਹੋ ਸਕਦੀ ਆ। ਇਹ ਸੁਧਰ ਸਕਦੀ ਆ ਜੇ ਬਾਣੀ ਦੀ ਵਿਚਾਰ ਆਵੇ। ਅਸੀਂ ਤਾਂ ਬੁੱਤ ਪੂਜ ਪੂਜ ਕੇ ਕਮਲੇ ਹੋ ਗਏ। ਘਰਾਂ 'ਚ ਫੋਟੋਆਂ ਤਸਵੀਰਾਂ ਲਾਈਆਂ, ਮਨੋਂ ਕਲਪਤ ਗੁਰੂਆਂ ਦੀਆਂ ਤਸਵੀਰਾਂ ਲਾਓ ਸ਼ਬਦ ਦੀਆਂ ਘਰਾਂ 'ਚ। ਗੁਰ ਮੂਰਤ ਗੁਰ, ਬੋਲੋ ਜੀ, ਗੁਰ ਮੂਰਤ ਗੁਰ ਸ਼ਬਦ ਹੈ। ਹੱਥ ਜੋੜ ਕੇ ਮੇਰੀ ਬੇਨਤੀ ਹੈ, ਸੋਹਣੀਆਂ ਤਸਵੀਰਾਂ ਬਣਾ ਕੇ ਮੈਂਟੋ ਬਣਾ ਕੇ ਰੱਖ ਲਓ। ਥੱਲੇ ਉਹਦੇ 'ਚ ਕੀ ਹੋਵੇ, ਥੱਲੇ ਗੁਰਦੁਆਰਾ ਸਾਹਿਬ ਦਾ ਐਡਰੈਸ ਹੋਵੇ। ਮੰਨ ਲਓ ਥੱਲੇ ਪੂਰਾ ਗੁਰਦੁਆਰਾ ਦਾ ਐਡਰੈਸ ਹੋਵੇ, ਥੱਲੇ ਭਾਈ ਸਾਹਿਬ ਦਾ ਨੰਬਰ ਹੋਵੇ, ਉੱਤੇ ਸ਼ਬਦ ਲਿਖਿਆ ਹੋਵੇ। ਜਿਹੜਾ ਜਿਹਨੂੰ ਵੀ ਤੁਸੀਂ ਸਨਮਾਨਿਤ ਕਰਨਾ, ਉਹ ਆਪਣੇ ਘਰ ਜਾ ਕੇ ਜਦੋਂ ਸ਼ਬਦ ਲਾਊ, ਇੱਕ ਤਾਂ ਹੌਲੀ ਹੌਲੀ ਤੁਹਾਡੇ ਵੱਲ ਵੇਖ ਕੇ ਕਈ ਨੂੰ ਉਤਸ਼ਾਹ ਮਿਲਣਾ, ਫਲਾਣਾ ਪਿੰਡ ਫਲਾਣਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਇੱਦਾਂ ਸੋਹਣੇ ਸ਼ਬਦ ਬਣਾਏ ਆ। ਅਸੀਂ ਵੀ ਹੁਣ ਆਪਣੇ ਗੁਰਦੁਆਰੇ ਵੱਲੋਂ ਜਿਹਨੂੰ ਵੀ ਸਨਮਾਨਿਤ ਕਰਨਾ, ਸਰੋਪਾ ਦੇਣ ਦੀ ਬਜਾਏ ਅਸੀਂ ਸ਼ਬਦ ਦਾ ਮੋਮੈਂਟੋ ਦਿਆ ਕਰਨਾ। ਭਾਵੇਂ ਤੁਸੀਂ ਸ਼ਲੋਕ ਲੈ ਲਓ, ਕੋਈ ਸੁਖਮਨੀ ਸਾਹਿਬ ਦਾ, ਕੋਈ ਅਸ਼ਟਪਦੀ ਦੀ ਕੋਈ ਤੁਕ ਲੈ ਲਓ, ਕੋਈ 2 ਤੁਕਾਂ ਸ਼ਬਦ ਦੀਆਂ ਲੈ ਲਓ, ਕੋਈ ਸ਼ਲੋਕ ਲੈ ਲਓ, ਤਾਂ ਕਿ ਹੌਲੀ ਹੌਲੀ ਸਾਡੇ ਘਰਾਂ 'ਚੋਂ ਮਨੋਂ ਕਲਪਤ ਤਸਵੀਰਾਂ ਲੈ ਜਾਣ ਅਤੇ ਸ਼ਬਦ ਬਾਣੀ ਦੀਆਂ ਤਸਵੀਰਾਂ ਸਾਡੇ ਘਰਾਂ 'ਚ ਲੱਗ ਜਾਣ। ਇਹ ਸਾਨੂੰ ਕਰਨਾ ਪੈਣਾ ਹੈ। 1-2 ਗੁਰਦੁਆਰੇ ਵੀ ਪ੍ਰਣ ਕਰਨਗੇ ਅਤੇ ਸਾਡੇ ਵੱਲ ਵੇਖ ਕੇ ਹੌਲੀ ਹੌਲੀ ਦੂਜਿਆਂ ਨੇ ਸਿੱਖਿਆ ਲੈਣੀ ਸ਼ੁਰੂ ਕਰ ਦੇਣੀ ਹੈ। ਤੋ ਪਾਤਸ਼ਾਹ ਕਹਿੰਦੇ ਮੰਦਾ ਮੂਲ ਨਾ ਕੀਚਈ, ਦੇ ਲੰਬੀ ਨਦਰ ਨਿਹਾਲੀਐ, ਜਿਉਂ ਸਾਹਿਬ ਨਾਲ ਨਾ ਹਾਰੀਐ। ਕੰਮ ਉਹ ਕਰੀਏ ਕਿ ਮੇਰੀ ਸਾਹਿਬ ਨਾਲ ਹਾਰ ਨਾ ਪੈ ਜਾਏ, ਯਾਨੀ ਕਿ ਮੈਂ ਕਿਤੇ ਹਾਰ ਨਾ ਜਾਵਾਂ, ਸਾਹਿਬ ਨਾਲੋਂ ਮੇਰੀ ਟੁੱਟ ਨਾ ਜਾਵੇ। ਸਾਹਿਬ ਨਾਲ ਨਾ ਹਾਰੀਐ ਤਵੇਹਾ ਪਾਸਾ ਢਾਲੀਏ। ਜਿਨ੍ਹਾਂ ਮਹਾਨ ਸਾਹਿਬਜ਼ਾਦਿਆਂ ਦੇ, ਉਹਨਾਂ ਮਹਾਨ ਗੁਰੂ ਕੇ ਪਿਆਰੇ ਸਿੱਖਾਂ ਦੇ ਅਸੀਂ ਦਿਨ ਮਨਾ ਰਹੇ ਹਾਂ। ਮੁਮਤਾਜ ਵਰਗੀਆਂ ਉਹਨਾਂ ਧੀਆਂ ਦੇ, ਜਿਨ੍ਹਾਂ ਨੇ ਆਪਣੇ ਬਾਪ ਦੀ ਕਹੀ ਹੋਈ ਗੱਲ ਦੇ ਉੱਤੇ ਫੁੱਲ ਚੜ੍ਹਾਤੇ, ਉਹਨਾਂ ਨੇ ਫਿਰ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਏ। ਉਹਨਾਂ ਨੇ ਉਹ ਪਾਸਾ ਫਿਰ ਚੁਣ ਲਿਆ ਕਿ ਮੇਰੀ ਸਾਹਿਬ ਨਾਲੋਂ ਟੁੱਟ ਨਾ ਜਾਏ, ਕਿਛ ਲਾਹੇ ਉੱਪਰ ਘਾਲੀਐ। ਕੰਮ ਉਹ ਕਰੀਏ ਜੇ ਚੋਂ ਆਤਮਿਕ ਤੌਰ 'ਤੇ ਨਫਾ ਹੋਵੇ। ਕੰਮ ਉਹ ਕਰੀਏ ਰਾਤ ਨੂੰ ਸੌਣ ਲੱਗਿਆਂ ਸੁਰਖਰੂ ਹੋਈਏ। ਕੰਮ ਉਹ ਕਰੀਏ ਰਾਤ ਨੂੰ ਸੌਣ ਲੱਗਿਆਂ ਐਨ ਮਨ ਹਲਕਾ ਹੋਵੇ, ਜਿਵੇਂ ਬੰਦਾ ਨਹਾ ਕੇ ਨਹੀਂ ਰਾਤ ਨੂੰ ਫਰੈਸ਼ ਹੁੰਦਾ, ਥੱਕਿਆ ਟੁੱਟਿਆ ਆਵੇ ਬੰਦਾ, ਰਾਤ ਨੂੰ ਇਸ਼ਨਾਨ ਕਰਕੇ ਐਨ ਫਰੈਸ਼ ਹੋ ਕੇ ਸੌਂਦਾ। ਇੱਦਾਂ ਜਦੋਂ ਤੂੰ ਚੰਗੇ ਕੰਮ ਕਰੇਂਗਾ, ਤੇਰੇ ਮਨ ਉੱਤੇ ਕੋਈ ਬੋਝ ਨਹੀਂ ਹੋਏਗਾ। ਕਿਉਂਕਿ ਜਿਹੜਾ ਬੋਝ ਹੈ ਨਾ ਮਨ ਦੇ ਉੱਤੇ, ਦੁਨੀਆ ਦੇ ਸਾਰੇ ਭਾਰ ਜਿਹੜੇ ਇੱਕ ਬੰਨੇ ਆ, ਅਤੇ ਮਨ ਉੱਤੇ ਕੋਈ ਬੁਰੇ ਕੰਮ ਦਾ ਬੋਝ ਹੈ, ਇਸ ਬੋਝ ਨਾਲ ਦਾ ਦੁਨੀਆ 'ਤੇ ਕੋਈ ਦੂਜਾ ਬੋਝ ਨਹੀਂ ਬਣਿਆ। ਬਾਣੀ ਦਾ ਵਾਕ ਹੈ, ਨਾਨਕ ਮਨ ਸਮਝਾਈਐ ਗੁਰ ਕੈ ਸ਼ਬਦ ਸਲਾਹ, ਰਾਮ ਨਾਮ ਰੰਗ ਰਤਿਆਂ ਭਾਰ, ਨਾ ਭਰਮ ਤਿਨਾ ਭਾਰ। ਭਰਮਾਂ ਦਾ ਭਾਰ, ਵਹਿਮਾਂ ਦਾ ਭਾਰ ਹੈ ਮਨ ਦੇ ਉੱਤੇ। ਕਈ ਵਾਰੀ ਨਹੀਂ ਕਹਿੰਦੇ ਮੇਰੇ ਮਨ ਦੇ ਉੱਤੇ ਬੜਾ ਭਾਰ ਆ। ਉਹ ਭਾਰ ਕਾਹਦਾ ਹੁੰਦਾ? ਕਈ ਵਾਰੀ ਗੱਲ ਆਪਣੇ ਅੰਦਰ ਹੁੰਦੀ ਆ। ਜਦੋਂ ਤੁਸੀਂ ਗਲਤ ਕੰਮ ਕਰਨਾ ਹੀ ਨਹੀਂ ਅਤੇ ਤੁਹਾਡੇ ਮਨ ਦੇ ਉੱਤੇ ਕੋਈ ਭਾਰ ਹੋਣਾ ਹੀ ਨਹੀਂ। ਬਸ ਫਰਕ ਸੀ ਜਦੋਂ ਸਾਹਿਬਜ਼ਾਦੇ ਨੂੰ ਨੀਹਾਂ ਚਿਣਿਆ ਗਿਆ। ਜਿਹੜੇ ਨੀਹਾਂ 'ਚ ਚਿਣਨ ਵਾਲੇ ਆ ਉਹ ਹਲਕੇ ਆ, ਅੰਦਰੋਂ ਹੌਲੇ ਆ, ਅਤੇ ਵਜ਼ੀਰ ਖਾਂ ਰਾਤ ਸੌਂ ਨਹੀਂ ਪਾਇਆ ਕਿਉਂਕਿ ਕੰਮ ਗਲਤ ਕੀਤਾ ਸੀ। ਭਾਰ ਨਾਲ ਹੀ ਖਤਮ ਹੋ ਗਿਆ, ਅੰਦਰੋਂ ਬੇਚੈਨ ਹੋ ਗਿਆ। 11 ਨਵੰਬਰ 1675 ਈਸਵੀ ਨੂੰ ਜਿਸ ਕਾਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਥਾਏ ਫਤਵਾ ਪੜ੍ਹਿਆ ਸੀ ਨਾ, ਉਹ 26 ਨਵੰਬਰ ਨੂੰ ਠੀਕ 15 ਦਿਨਾਂ ਬਾਅਦ
ਉਹਨੂੰ ਕਿਸੇ ਨੇ ਗੋਲੀ ਨਹੀਂ ਸੀ ਮਾਰੀ, ਉਹਨੂੰ ਕਿਸੇ ਨੇ ਗੋਲੀ ਨਹੀਂ ਸੀ ਮਾਰੀ, ਕਿਸੇ ਨੇ ਫਾਹ ਨਹੀਂ ਸੀ ਲਾਇਆ, ਪਰ ਮਨ 'ਚ ਹੀ ਸੋਚ ਸੋਚ ਕੇ ਉਹ ਮਨਾ ਪੈਸੇ ਬਦਲੇ, ਸੋਨੇ ਬਦਲੇ, ਸੱਚ ਨੂੰ ਫਾਹ ਲਾ ਆਇਆ। 26 ਨਵੰਬਰ ਠੀਕ 15 ਦਿਨਾਂ ਬਾਅਦ ਉਹ ਕਾਜੀ ਦੁਨੀਆ ਤੋਂ ਕਾਲ ਚਲਾਣਾ ਕਰ ਗਿਆ ਸੀ, ਕਿਉਂਕਿ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਏ। ਇਹ ਭਾਰ ਹੁੰਦਾ ਪਿਆਰਿਓ, ਕਈ ਵਾਰੀ ਨਾ ਤਾਇਆਂ ਚਾਚਿਆਂ ਦੀਆਂ ਜ਼ਮੀਨਾਂ ਹੜੱਪ ਕੇ ਘਰ ਤੇ ਬੰਦਾ ਵੱਡਾ ਬਣਾ ਲੈਂਦਾ, ਪਰ ਅੰਦਰ ਭਾਰ ਹੁੰਦਾ। ਉਹ ਫਿਰ ਭਾਰ ਨਾਲ ਸ਼ੂਗਰ ਵੱਧ ਗਈ, ਕਦੀ ਘਟ ਗਈ, ਕਦੀ ਗੁਰਦਾ ਖਰਾਬ ਹੋ ਗਿਆ। ਉਹ ਬਾਹਰੋਂ ਆਉਂਦੇ ਵੀ ਖੁਰਾਕ ਇਹਦੀ ਚੰਗੀ ਭਲੀ, ਇਹਨੂੰ ਹੋਈ ਕੀ ਜਾਂਦਾ, ਹੁਣ ਕੀ ਦੱਸਿਓ ਵੀ ਆਹ ਜਿਹੜੀਆਂ ਲਾਈਟਾਂ ਜਗਦੀਆਂ ਬੁਝਦੀਆਂ ਤੁਸੀਂ ਵਹਿੰਦੇ ਜੇ, ਮੈਂ ਕਿੱਦਾਂ ਲਾਈਆਂ, ਤੁਹਾਨੂੰ ਕੀ ਪਤਾ ਮੈਂ ਕਿੱਦਾਂ ਧੋਖੇ ਲੋਕਾਂ ਨੇ ਕੀਤੇ। ਆਓ ਆਪਣੀ ਕਮਾਈ ਨੇਕ ਕਰੀਏ ਅਤੇ ਕੰਮ ਜ਼ਿੰਦਗੀ 'ਚ ਉਹ ਕਰੀਏ ਜਿਹਦੇ ਨਾਲ ਭਾਰ ਮਨ ਦੇ ਉੱਤੇ ਕੋਈ ਨਾ ਹੋਵੇ। ਜਿਤ ਸੇਵਿਆਂ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਏ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਐ। ਮੰਦਾ ਮੂਲ ਨਾ ਕੀਚਈ, ਦੇ ਲੰਬੀ ਨਜ਼ਰ ਨਿਹਾਲੀਐ। ਜਿਉਂ ਸਾਹਿਬ ਨਾਲ ਨਾ ਹਾਰੀਐ, ਤਵੇਹਾ ਪਾਸਾ ਢਾਲੀਐ। ਕਿਸ ਲਾਹੇ ਉੱਪਰ ਜਿਨ੍ਹਾਂ ਦੇ ਅਸੀਂ ਮਹਾਨ ਦਿਨ ਮਨਾ ਰਹੇ ਹਾਂ, ਇਹਨਾਂ ਨੇ ਉਹ ਪਾਸਾ ਚੁਣਿਆ ਵੀ ਅਸੀਂ ਸਾਡੀ ਗੁਰੂ ਨਾਲੋਂ ਦੂਰੀ ਨਾ ਪਵੇ, ਸਾਡੀ ਮਾਲਕ ਨਾਲੋਂ ਵਿਥ ਨਾ ਪਵੇ। ਗੁਰੂ ਬਖਸ਼ਿਸ਼ ਕਰੇ। ਆਓ ਇਹਨਾਂ ਮਹਾਨ ਯੋਧਿਆਂ ਤੋਂ ਮੁਮਤਾਜ਼ ਵਰਗੀ ਕੋਟਲਾ ਨਿਹੰਗ ਖਾਂ, ਉਹਨਾਂ ਦੀ ਬਹੁਤ ਪਿਆਰੀ ਬੇਟੀ ਜਿਹੜੀ ਸਿਦਕ ਦੀ ਮੂਰਤ ਅਤੇ ਬਾਪ ਦੇ ਮੂੰਹ 'ਚੋਂ ਨਿਕਲੇ ਹੋਏ ਸ਼ਬਦਾਂ ਨੂੰ ਜਿਹਨੇ ਆਪਣੀ ਜ਼ਿੰਦਗੀ ਦਾ ਅਖੀਰਲਾ ਸੱਚ ਮੰਨ ਲਿਆ, ਅਤੇ ਅੱਜ ਉਹਦਾ ਸਤਿਕਾਰ ਹੈ। ਇਹ ਸਾਡੀ ਜ਼ਿੰਦਗੀ ਵਿੱਚ ਅਸੀਂ ਇਹ ਗੁਣ ਆਪਣੀ ਜ਼ਿੰਦਗੀ 'ਚ ਅਪਣਾਈਏ। ਜ਼ਿੰਦਗੀ ਬਹੁਤ ਖੂਬਸੂਰਤ। ਇਹਨਾਂ ਘਟਨਾਵਾਂ, ਇਹਨਾਂ ਸਾਖੀਆਂ ਤੋਂ ਇਹ ਪਤਾ ਲੱਗਦਾ ਕਿ ਮਾਂ ਬਾਪ ਆਪਣੇ ਬੱਚਿਆਂ ਪ੍ਰਤੀ ਗਤੀ ਗਲਤ ਨਹੀਂ ਸੋਚਦੇ। ਬੱਚਿਆਂ ਨੂੰ ਹੀ ਕਦੀ ਭੁਲੇਖੇ ਪੈਣ ਲੱਗ ਪੈਂਦੇ ਵੀ ਸ਼ਾਇਦ ਮੇਰੀ ਮਾਂ ਮੇਰਾ ਬਾਪ ਮੇਰੇ ਬਾਰੇ ਗਲਤ ਸੋਚਦਾ ਹੈ। ਆਓ ਸੋਹਣੇ ਪਰਿਵਾਰਾਂ 'ਚ ਸੋਹਣੇ ਤਰੀਕੇ ਨਾਲ ਰਹਿਣਾ ਸ਼ੁਰੂ ਕਰੀਏ। ਇਹੋ ਸਾਨੂੰ ਗੁਰੂ ਇਤਿਹਾਸ, ਗੁਰੂ ਕੀਆਂ ਸਾਖੀਆਂ ਬਾਣੀ ਸਿਖਾਉਂਦੀ ਹੈ। ਇੱਥੋਂ ਦੀ ਸਮੁੱਚੀ ਪ੍ਰਬੰਧਕ ਕਮੇਟੀ, ਸੇਵਾਦਾਰ, ਗ੍ਰੰਥੀ ਸਾਹਿਬਾਨ, ਜਿੰਨੇ ਵੀ ਤੁਸੀਂ ਦੂਰਾਂ ਨੇੜਿਆਂ ਤੋਂ ਨੌਜਵਾਨ ਆਏ, ਇਹ ਅੱਜ ਦਾ ਸਮਾਗਮ, ਇਹ ਲਗਾਤਾਰ ਤੁਸੀਂ ਇਸ ਸਮਾਗਮ ਨੂੰ ਲੀਕੇ ਹੋਏ ਨੇ, ਜਿਨ੍ਹਾਂ ਵਿੱਚ ਤੁਸੀਂ ਹਾਜ਼ਰੀ ਭਰ ਰਹੇ ਹੋ। ਮੈਂ ਆਪਣੇ ਵੱਲੋਂ ਸੱਚੀ ਗੱਲ ਕਹਿਣਾ, ਬੜਾ ਅੰਦਰੋਂ ਪ੍ਰਸੰਨ ਹੋਇਆ ਕਿ ਤੁਸੀਂ ਇੱਦਾਂ ਦੇ ਸਮਾਗਮ ਕਰ ਰਹੇ ਹੋ। ਅਸੀਂ ਉਹਨਾਂ ਸਾਹਿਬਜ਼ਾਦਿਆਂ ਨੂੰ ਯਾਦ ਕਰਕੇ ਆਪਣੀ ਜ਼ਿੰਦਗੀ 'ਚ ਗੁਣ ਲੈ ਕੇ ਆਈਏ। ਨਹੀਂ ਤਾਂ ਸਾਡੀ ਕੌਮ ਬਰਸੀਆਂ ਮਨਾਉਣ 'ਚੋਂ ਵੇਲ ਨਹੀਂ ਸੀ ਮਿਲਦਾ ਵੀ ਇੱਕ ਬਾਬਾ ਮਰਿਆ, ਦੂਜੇ ਦੀ ਬਰਸੀ, ਦੂਜਾ ਚੜ੍ਹਾਈ ਕੀਤਾ, ਤੀਜੇ ਦੀ ਬਰਸੀ। ਜੇ ਤੁਹਾਡਿਆਂ ਨਗਰਾਂ ਵੱਲ ਵੇਖ ਕੇ ਪਿੰਡੋ ਪਿੰਡੀਏ ਲਹਿਰ ਸ਼ੁਰੂ ਹੋ ਜਾਏ ਅਤੇ ਇਕੱਲੀ ਫਿਰ 4 ਸਾਹਿਬਜ਼ਾਦੇ ਨਹੀਂ, ਕਦੀ ਭਾਈ ਤਾਰੂ ਸਿੰਘ ਦਾ ਦਿਨ ਮਨਾਈਏ, ਕਦੀ ਅਕਾਲੀ ਫੂਲਾ ਸਿੰਘ ਦੀ ਗੱਲ ਕਰੀਏ, ਕਦੀ ਹਰੀ ਸਿੰਘ ਨਲੂਏ ਦੀ ਗੱਲ ਕਰੀਏ, ਕਦੀ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਗੱਲ ਕਰੀਏ, ਅਤੇ ਗੱਲ ਬਹੁਤ ਦੂਰ ਪਹੁੰਚ ਸਕਦੀ ਹੈ। ਸਾਰਿਆਂ ਦਾ ਧੰਨਵਾਦ। ਇੰਨੇ ਕੁ ਬਚਨ ਪ੍ਰਵਾਨ ਕਰਨੇ। ਅਦਬ ਸਤਿਕਾਰ ਨਾਲ ਫਤਿਹ ਬੁਲਾਓ। ਬੁਲੰਦ ਆਵਾਜ਼ ਵਿੱਚ ਗੱਜ ਕੇ ਆਖੋ, ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।